ਬਰਿੰਦਰ ਢਿੱਲੋਂ ਤਾਂ ਕਹਿ ਰਹੇ, ਕਹਿੰਦੇ ਪਹਿਲਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ, ਫਿਰ ਅਮਰਜੀਤ ਸਿੰਘ ਸੰਦੋਆ ਨੇ ਰੂਪਨਗਰ ਹਲਕੇ ਦਾ ਜਿਹੜਾ ਉਹ ਤਾਂ ਬੇੜਾ ਗਰਕ ਗੱਲ ਕਰਨ ਸ਼ਬਦ ਆਖਦੇ ਆ ਵੀ ਬੇੜਾ ਗਰਕ ਕੀਤਾ ਰੂਪਨਗਰ ਹਲਕੇ ਦਾ। ਕਹਿੰਦੇ ਇਸ ਵਾਰ ਮੈਂ ਮਿਲ ਕੇ ਆ ਰਿਹਾ ਤੇ ਅਸੀਂ ਦਿਖਾਵਾਂਗੇ ਵਿਕਾਸ ਕੀ ਹੁੰਦਾ। ਹਾਲੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਹਾਲੇ ਆਉਣਾ ਆ ਤੇ ਆ 5 ਸਾਲ ਕੀ ਸੀ। ਇਹਨੂੰ ਪੁੱਛੋ ਵੀ ਇੱਥੇ ਕੋਈ ਨੀਟੂ ਸ਼ਟਰ ਵਾਲੇ ਦੀ ਸਰਕਾਰ ਤਾਂ ਬਣੀ ਨਹੀਂ, ਕਾਂਗਰਸ ਦੀ ਸੀ। ਉਹ ਕਹਿੰਦੇ ਸਰਕਾਰ ਸਾਡੀ ਨਹੀਂ ਸੀ, ਚਾਚੇ ਭਤੀਜੇ ਦੀ ਸਰਕਾਰ ਸੀ। ਚਾਚਾ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਭਤੀਜਾ ਦੱਸਦੇ ਜੀ। ਨਹੀਂ ਤੇ ਉੱਤੇ ਚਾਚੇ ਭਤੀਜੇ ਦੇ ਉੱਤੇ ਕੋਈ ਦਾਦਾ ਦਾਦੀ ਵੀ ਬੈਠੇ ਹੋਣੇ ਜਿਹੜੇ 10 ਕਰੋੜ ਫੜੇ ਜਾਣ ਤੋਂ ਬਾਵਜੂਦ ਵੀ ਚਾਚੇ ਭਤੀਜਿਆਂ ਨਾਲ ਖੜਦੇ ਆ। ਉਹ ਫਿਰ ਇਹਨਾਂ ਦੇ ਪਰਿਵਾਰ ਦੇ ਮੁਖੀ ਆ। ਕੌਣ ਰਾਏ ਦਊਗਾ ਕਿ ਜਿਸ ਬੰਦੇ ਨੇ ਲੁੱਟ ਕੇ 10 ਕਰੋੜ ਆਪਣੇ ਸਾਲੀ ਦੇ ਘਰ ਰੱਖਿਆ ਉਹਨੂੰ ਮੁੱਖ ਮੰਤਰੀ ਦੇ ਦਿਓ? ਕਿ ਪੰਜਾਬੀ ਇਸ ਤਰ੍ਹਾਂ ਦੇ ਜਿਹੜੀ ਝਾੜੂ ਵਾਲੇ ਵੀ ਬੜੇ ਤੇਜ਼ ਆ। ਇਹਨਾਂ ਤੇ ਟਿਕਟਾਂ ਵੇਚਣ ਦੇ ਦੋਸ਼ ਲੱਗੇ, ਇਹਨਾਂ ਤੇ ਕਰਪਸ਼ਨ ਦੇ ਦੋਸ਼ ਲੱਗੇ। ਇਹਨਾਂ ਨੇ ਪੈਂਫਲੇਟ ਪਾਉਣੇ ਸ਼ੁਰੂ ਕਰ ਦਿੱਤੇ ਕਿ ਵੋਟਰਾਂ ਨੂੰ ਕਿ ਸਾਰਿਆਂ ਕੋਲੋਂ ਪੈਸੇ ਲਓ ਤੇ ਵੋਟ ਝਾੜੀ ਨੂੰ ਪਾਓ। ਇਹਨਾਂ ਤੇ ਝੂਠੀਆਂ ਸਹੁੰਆਂ ਖਾਣ ਦੇ ਦੋਸ਼ ਲੱਗੇ। ਇਹਨਾਂ ਵੋਟਰਾਂ ਨੂੰ ਕਿਹਾ ਵੀ ਜੇ ਤੁਹਾਨੂੰ ਕੋਈ ਸਹੁੰ ਖਾਣ ਨੂੰ ਕਹੇ ਤਾਂ ਉੱਤੋਂ ਉੱਤੋਂ ਖਾ ਲਓ। ਮਤਲਬ ਕਿੰਨੇ ਛਾਤਰ ਦਿਮਾਗ ਨੇ। ਚਰਨਜੀਤ ਸਿੰਘ ਚੰਨੀ ਤਾਂ ਇਹ ਵੀ ਕਹਿੰਦੇ ਨਜ਼ਰ ਆਏ ਆ ਜੀ। ਉਹ ਕਹਿੰਦੇ ਵੀ ਮੈਂ ਤਾਂ ਬਹੁਤ ਗਰੀਬ ਆ ਤੇ ਲੋਕਾਂ ਨੂੰ ਉਹਨਾਂ ਨੇ ਅਪੀਲ ਕੀਤੀ ਆ ਵੀ ਲੋਕਾਂ ਨੇ ਹੀ ਮੇਰੀ ਚੋਣ ਲੜਨੀ ਆ, ਮੇਰੇ ਕੋਲ ਤਾਂ ਪੈਸਾ ਤੱਕ ਨਹੀਂ ਆ ਜੀ। ਜੇ ਉਹ ਆਪਣੇ ਆਪ ਨੂੰ ਗਰੀਬ ਕਹਿੰਦਾ ਤਾਂ ਸਾਰਿਆਂ ਨੂੰ ਅਰਦਾਸ ਕਰਨੀ ਵੀ ਅਸੀਂ ਵੀ ਇੱਦਾਂ ਦੇ ਗਰੀਬ ਹੋਈਏ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਕੇਂਦਰ ਦੇ ਵੱਲੋਂ। ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਗੁਰਮੀਤ ਰਾਮ ਰਹੀਮ ਦੀ 21 ਦਿਨ ਦੀ ਪੈਰੋਲ, ਜਿਹੜੇ ਸਜ਼ਾ ਇੰਨੀਆਂ ਸੰਗੀਨ ਧਾਰਾਵਾਂ ਨੇ। ਤੁਸੀਂ ਇਲੈਕਸ਼ਨ 'ਚ ਲੋਕਾਂ ਨੂੰ ਤਾਂ ਕਹਿੰਦੇ ਹੋ ਵੀ ਜਿਹੜੇ ਤੁਹਾਡੇ ਅਸਲੇ ਵਾਲੇ ਹਥਿਆਰ ਆ ਉਹ ਵੀ ਜਮ੍ਹਾਂ ਕਰਾ ਦਿਓ। ਜੇ ਕਿਸੇ ਦੇ ਛੋਟਾ ਜਿਹਾ ਕੇਸ ਹੁੰਦਾ ਤਾਂ ਉਹਨੂੰ ਥਾਣੇ ਵਾਲੇ ਚੈੱਕ ਕਰਦੇ ਫਿਰਦੇ ਆ ਵੀ ਕਿੱਥੇ ਆ, ਤੇ ਇਹਨਾਂ ਨੂੰ ਤੁਸੀਂ ਪੈਰੋਲ ਦੇ ਰਹੇ ਹੋ। ਆ ਬੀਜੇਪੀ ਦੇ ਨੁਮਾਇੰਦਿਆਂ ਨੂੰ ਵੀ ਦੇਣਾ ਪਊਗਾ। ਆ ਜਿਹੜੇ ਇੱਥੇ ਸਾਡੇ ਲਾਲਪੁਰਾ ਖੜਾ, ਇਹਨੂੰ ਵੀ ਦੱਸਣਾ ਪਊਗਾ ਵੀ ਇਹ ਛਡਾ ਕੇ ਲਿਆਇਓ ਇਹਨੂੰ। ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਕਿ ਹੁਣ ਤੁਸੀਂ ਦੱਸੋ ਵੀ ਕਿੱਥੇ ਖੜੇ ਹੋ। ਬੋਲਣਗੇ ਹੁਣ ਬੀਜੇਪੀ ਦੇ ਇਸ ਫੈਸਲੇ ਦੇ ਖਿਲਾਫ। ਬੀਜੇਪੀ ਨਾਲ ਭਾਈਵਾਲ ਹੁੰਦੀ ਜੀ ਸ਼੍ਰੋਮਣੀ ਅਕਾਲੀ ਦਲ ਦੀ, ਫੇਰ ਵੀ ਤੁਸੀਂ ਇਤਰਾਜ਼ ਜਤਾਉਂਦੇ? 100% ਜਤਾਉਂਦੇ। ਕਿਉਂ ਨਹੀਂ ਜਤਾਉਂਦੇ? ਜਿੱਥੇ ਸਿਧਾਂਤਾਂ ਦੀ ਗੱਲ ਆ, ਅਸੀਂ ਬੀਜੇਪੀ ਨੂੰ ਨਾਤਾ ਨਹੀਂ ਤੋੜਿਆ। ਜਿਹੜਾ ਕਿਸਾਨੀ ਕਾਨੂੰਨਾਂ ਦੇ ਉੱਤੇ ਐਡਾ ਵੱਡਾ ਸਟੈਂਡ ਜੋ ਉਸ ਮੁੱਦੇ ਤੇ ਲੈ ਸਕਦੇ ਆ, ਇਹ ਤਾਂ ਬੜਾ ਗੰਭੀਰ ਮੁੱਦਾ। ਚੀਮਾ ਸਾਹਿਬ ਸਿਧਾਂਤਾਂ ਦੀ ਉਹ ਗੱਲ ਤਾਂ ਕਰਦੇ ਨੇ, ਉਹ ਮੁਆਫੀ ਦੀ ਗੱਲ ਆਉਂਦੇ। ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਨੇ ਖੁਦ ਕਰੋੜਾਂ ਰੁਪਏ ਖਰਚ ਕੇ ਪੋਸਟਰ ਲਗਾਏ, ਮੁਆਫੀ ਦਿੱਤੀ ਬਿਨਾਂ ਮੁਆਫੀ ਮੰਗੇ। ਹਾਲਾਂਕਿ ਇੱਥੋਂ ਤੱਕ ਕਿਹਾ ਜਾਂਦਾ ਜੀ ਟਰਾਂਸਪੋਰਟ ਦੇ ਵਿੱਚ ਜਿੱਥੇ ਵੀ ਕਹਿੰਦੇ ਕੋਈ ਅਮੀਰ ਵੱਡਾ ਦਿਖਿਆ ਉੱਥੇ ਸੁਖਬੀਰ ਬਾਦਲ ਨੇ ਹਿੱਸਾ ਪਾ ਲਿਆ। ਪੁੱਛੋ ਵੀ ਇਹਨੂੰ ਕੀ ਹੈ, ਕਿੰਨੇ % ਆ? ਨਹੀਂ, ਇਹ 5 ਸਾਲ ਵਾਸਤੇ ਰੇਤਾ ਵੇਚਣ ਵਾਸਤੇ ਸਰਕਾਰ ਚਾਹੇ ਸੀ। ਇਸ ਰਾਜਨੀਤੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਵੀ ਇੱਕ ਦੂਜੇ ਉਮੀਦਵਾਰ ਦੇ ਉੱਤੇ ਤੂੰ ਲੰਬੂ, ਤੂੰ ਜੀਜਾ ਸਾਲਾ, ਜਾਂ ਉਧਰੋਂ ਠੋਕੋ ਤਾਲੀ ਮਜੀਠੀਆ ਸਾਹਿਬ ਵੀ ਇਸ ਤਰ੍ਹਾਂ ਦੀ ਰਾਜਨੀਤੀ ਕਦੇ ਹੁੰਦਾ ਸੀ ਵੀ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਸੀ, ਮੁੱਦਿਆਂ ਦੇ ਆਧਾਰ ਤੇ ਵੋਟ ਮੰਗੀ ਜਾਵੇ, ਪਰ ਲੋਕ ਵੀ ਹੁਣ ਪਿੱਛੇ ਜਕਾਰੇ ਛੱਡਦੇ ਆ ਜੀ। ਲੰਬੂ ਚਿੱਟਾ ਵੇਚਣ ਵਾਲਿਆ ਚਿੱਚੜਾਂ ਨਾਲ ਲੜਾਈ ਨਹੀਂ, ਅਸੀਂ ਝੋਟਾ ਮਾਰਾਂਗੇ, ਝੋਟਾ ਤੇਰਾ ਸੁੱਖਾ ਜੀਜੂ। ਇਹਨਾਂ ਨੂੰ ਜਿਹੜੇ ਦੋਸ਼ ਲਾਉਂਦੇ ਆ ਨਾ, ਇਹਨਾਂ ਨੂੰ ਕਹੋਗੇ ਮਾੜਾ ਮੋਟਾ ਕਿਤੇ ਨੇਰੇ ਸਵੇਰੇ 4 ਅੱਖਰ ਪੜ੍ਹ ਲਿਆ। ਕਿ ਮੈਨੂੰ ਸਾਰੇ ਮੇਰੇ ਸਾਥੀ ਕਹਿੰਦੇ ਤੁਸੀਂ ਥੋੜ੍ਹਾ ਜਿਹਾ ਢਿੱਲਾ ਚੱਲਦੇ ਹੋ, ਵੀ ਮਾੜਾ ਜਿਹਾ ਠੋਕ ਕੇ ਰੱਖਿਆ ਕਰੋ ਕਿ ਜਿਵੇਂ ਉਹ ਠੋਕਦੇ। ਵਿਧਾਨ ਸਭਾ ਹਲਕਾ ਰੂਪਨਗਰ 'ਚ ਖੜੇ ਹਾਂ ਤੇ ਇਸ ਵੇਲੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਨੇ। ਗੱਲਬਾਤ ਕਰਦੇ ਹਾਂ। ਚੀਮਾ ਸਾਹਿਬ ਸਵਾਗਤ। ਕਿਵੇਂ ਚੱਲ ਰਹੀ ਹੈ ਜੀ ਕੰਪੇਨ? ਬਹੁਤ ਅੱਛੀ ਚੱਲ ਰਹੀ ਹੈ ਔਰ ਮੇਰਾ 5 ਸਾਲ ਦਾ ਕੀਤਾ ਕੰਮ ਅੱਜ ਜਨਤਾ ਨੂੰ ਯਾਦ ਕਰ ਰਿਹਾ ਔਰ ਪ੍ਰੇਰਨਾ ਵੀ ਦੇ ਰਿਹਾ ਕਿ ਇਸ ਕੰਮ ਦੀ ਜਿਸ ਤਰੀਕੇ ਕਦਰ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ। ਹੁਣ ਲੋਕੀ ਉਸ ਗੱਲ ਦਾ ਮੁੱਲ ਪਾਉਣਾ ਚਾਹੁੰਦੇ। ਬਰਿੰਦਰ ਢਿੱਲੋਂ ਤਾਂ ਕਹਿ ਰਹੇ, ਕਹਿੰਦੇ ਪਹਿਲਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ, ਫਿਰ ਅਮਰਜੀਤ ਸਿੰਘ ਸੰਦੋਆ ਨੇ ਰੂਪਨਗਰ ਹਲਕੇ ਦਾ ਜਿਹੜਾ ਉਹ ਤਾਂ ਬੇੜਾ ਗਰਕ ਗੱਲ ਕਰਨ ਸ਼ਬਦ ਆਖਦੇ ਆ ਵੀ ਬੇੜਾ ਗਰਕ ਕੀਤਾ ਰੂਪਨਗਰ ਹਲਕੇ ਦਾ। ਕਹਿੰਦੇ ਇਸ ਵਾਰ ਮੈਂ ਮਿਲ ਕੇ ਆ ਰਿਹਾ ਤੇ ਅਸੀਂ ਦਿਖਾਵਾਂਗੇ ਵਿਕਾਸ ਕੀ ਹੁੰਦਾ। ਨਹੀਂ, ਹਾਲੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਹਾਲੇ ਆਉਣਾ ਆ ਤੇ ਆ 5 ਸਾਲ ਕੀ ਸੀ। ਇਹਨੂੰ ਪੁੱਛੋ ਵੀ ਇੱਥੇ ਕੋਈ ਨੀਟੂ ਸ਼ਟਰ ਵਾਲੇ ਦੀ ਸਰਕਾਰ ਤਾਂ ਬਣੀ ਨਹੀਂ, ਕਾਂਗਰਸ ਦੀ ਸੀ। ਤੂੰ ਕਾਂਗਰਸ ਦਾ ਯੂਥ ਦਾ ਪ੍ਰਧਾਨ ਸੀ। ਹੁਣ ਦੱਸੋ ਵਿਚਾਰੇ ਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਉਹਨੂੰ ਇਹ ਨਹੀਂ ਪਤਾ ਸੀ ਵੀ ਮੇਰੀ ਪਿਛਲੀ ਸਰਕਾਰ ਮੇਰੀ ਸੀ। ਉਹ ਲੋਕਾਂ ਨੂੰ ਕਹਿੰਦਾ ਫਿਰਦਾ ਵੀ ਸਾਡੀ ਸਰਕਾਰ ਬਣਾ ਦਿਓ। ਸਿੱਧੂ ਨੂੰ ਨਹੀਂ ਲੱਗਦਾ ਕਿ ਮੇਰੀ ਸਰਕਾਰ ਸੀ, ਉਹ ਵੀ ਕਹਿੰਦਾ ਪਿਆ ਵੀ ਮੇਰੀ ਸਰਕਾਰ ਬਣਾ ਦਿਓ, ਮੈਂ ਕਰ ਦੂੰਗਾ। ਇਹ ਤਾਂ ਹੁਣ ਕੋਈ ਮਾਨਸਿਕ ਪ੍ਰੋਬਲਮ ਲੱਗਦੀ ਹੈ।
ਕਿ ਆਪਣੀ ਜਿਹੜੀ ਸਰਕਾਰ 5 ਸਾਲ ਜਿਹ 'ਚ ਰਹੇ ਆ ਉਹਨਾਂ ਨੂੰ ਭੁੱਲੇ ਹੋਇਆ ਵੀ ਸਾਡੀ ਸਰਕਾਰ ਸੀ, ਅਸੀਂ ਲੋਕਾਂ ਨੂੰ ਜਵਾਬ ਦੇਣਾ। ਉਹ ਕਹਿੰਦੇ ਸਰਕਾਰ ਸਾਡੀ ਨਹੀਂ ਸੀ, ਚਾਚੇ ਭਤੀਜੇ ਦੀ ਸਰਕਾਰ ਸੀ। ਚਾਚਾ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਭਤੀਜਾ ਦੱਸਦੇ ਜੀ। ਨਹੀਂ ਤੇ ਉੱਤੇ ਚਾਚੇ ਭਤੀਜੇ ਦੇ ਉੱਤੇ ਕੋਈ ਦਾਦਾ ਦਾਦੀ ਵੀ ਬੈਠੇ ਹੋਣੇ, ਉਹਨਾਂ ਨਾਲ ਇਹਨਾਂ ਦਾ ਕੋਈ ਰਿਸ਼ਤਾ ਹੈ ਕਿ ਨਹੀਂ ਹੈ? ਜਿਹੜੇ 10 ਕਰੋੜ ਫੜੇ ਜਾਣ ਤੋਂ ਬਾਵਜੂਦ ਵੀ ਚਾਚੇ ਭਤੀਜਿਆਂ ਨਾਲ ਖੜਦੇ ਆ, ਉਹ ਫਿਰ ਇਹਨਾਂ ਦੇ ਪਰਿਵਾਰ ਦੇ ਮੁਖੀ ਆ। ਤੇ ਉਹ ਤਾਂ ਅੱਜ ਵੀ ਆਉਣ ਕਰਦੇ ਪਏ ਆ ਐਡੀ ਐਡੀ ਵੱਡੇ ਭ੍ਰਿਸ਼ਟਾਚਾਰ ਦੇ ਕੇਸਾਂ ਤੋਂ ਬਾਅਦ ਵੀ। ਤੇ ਇਹ ਯੂਥ ਦਾ ਪ੍ਰਧਾਨ ਹੈ। ਮੈਂ ਤਾਂ ਹੀ ਕਹਿਣਾ ਨਾ ਵੀ ਇਹਨਾਂ ਵਿਚਾਰਿਆਂ ਦਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਕਿਉਂ ਇਹਨਾਂ ਦੀ ਮਾਨਸਿਕ ਜਿਹੜੀ ਅਵਸਥਾ ਇਸ ਤਰ੍ਹਾਂ ਦੀ ਹੈ ਕਿ ਕਾਂਗਰਸ ਦੇ ਸੂਬੇ ਦੇ ਪ੍ਰਧਾਨ ਨੂੰ ਵੀ ਲੱਗਦਾ ਵੀ ਮੇਰੀ ਸਰਕਾਰ ਨਹੀਂ, ਤੇ ਯੂਥ ਦੇ ਪ੍ਰਧਾਨ ਨੂੰ ਵੀ ਲੱਗਦਾ ਕਿ ਮੇਰੀ ਸਰਕਾਰ ਨਹੀਂ, ਤੇ ਕਾਂਗਰਸ ਦੇ ਵਰਕਰ ਨੂੰ ਕੀ ਲੱਗਦਾ ਹੋਊਗਾ ਇਹ ਤਾਂ ਹੁਣ ਰੱਬ ਜਾਣਦਾ। ਤੁਸੀਂ ਗੱਲ ਈਡੀ ਦੀ ਕਰਤੀ ਹੈ, ਪਰ ਮੁੜ ਤੋਂ ਰਾਹੁਲ ਗਾਂਧੀ ਨੇ ਵਿਸ਼ਵਾਸ ਜਤਾਇਆ ਚਰਨਜੀਤ ਸਿੰਘ ਚੰਨੀ ਹੋਰਾਂ ਦੇ। ਉਹ ਕਹਿੰਦੇ ਲੋਕਾਂ ਦੀ ਰਾਏ ਲਈ ਗਈ ਹੈ ਤੇ ਮੇਰਾ ਕੰਮ ਕਹਿੰਦੇ ਮੁਸ਼ਕਲ ਸੀ ਪਰ ਲੋਕਾਂ ਨੇ ਸੌਖਾ ਕਰਤਾ। ਉਹਨਾਂ ਨੇ ਚਰਨਜੀਤ ਸਿੰਘ ਚੰਨੀ ਦੇ ਨਾਂ ਤੇ ਮੋਹਰ ਲਾਤੀ। ਦੇਖੋ, ਜੇ ਕਾਂਗਰਸ ਜਿਹੜੀ ਹੈ ਭ੍ਰਿਸ਼ਟਾਚਾਰ ਨਾਲ ਜੁੜੀ ਹੋਈ ਤਾਂ ਲੋਕਾਂ ਨੂੰ ਕਿਉਂ ਬਦਨਾਮ ਕਰਦੇ? ਪਿਛਲੀ ਵਾਰੀ ਲੋਕਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰਤਾ ਵੀ 70% ਪੰਜਾਬੀ ਨਸ਼ੇੜੀ ਆ। ਹੁਣ ਲੋਕਾਂ ਨੂੰ ਕਹਿਤਾ ਵੀ ਲੋਕੀ ਭ੍ਰਿਸ਼ਟਾਚਾਰ ਚਾਹੁੰਦੇ ਆ। ਕੀ ਪੰਜਾਬੀ ਭ੍ਰਿਸ਼ਟਾਚਾਰ ਚਾਹੁੰਦੇ ਆ? ਕੌਣ ਰਾਏ ਦਊਗਾ ਕਿ ਜਿਸ ਬੰਦੇ ਨੇ ਲੁੱਟ ਕੇ 10 ਕਰੋੜ ਆਪਣੇ ਸਾਲੀ ਦੇ ਘਰ ਰੱਖਿਆ ਉਹਨੂੰ ਮੁੱਖ ਮੰਤਰੀ ਦੇ ਦਿਓ? ਕਿ ਪੰਜਾਬੀ ਇਸ ਤਰ੍ਹਾਂ ਦੇ ਆ? ਇਹ ਵੇਖੋ, ਜਿਹੜੀ ਝਾੜੂ ਵਾਲੇ ਵੀ ਬੜੇ ਤੇਜ਼ ਆ। ਇਹਨਾਂ ਤੇ ਟਿਕਟਾਂ ਵੇਚਣ ਦੇ ਦੋਸ਼ ਲੱਗੇ, ਇਹਨਾਂ ਤੇ ਕਰਪਸ਼ਨ ਦੇ ਦੋਸ਼ ਲੱਗੇ। ਤੇ ਇਹਨਾਂ ਨੇ ਪੈਂਫਲੇਟ ਪਾਉਣੇ ਸ਼ੁਰੂ ਕਰ ਦਿੱਤੇ ਕਿ ਵੋਟਰਾਂ ਨੂੰ ਕਿ ਸਾਰਿਆਂ ਕੋਲੋਂ ਪੈਸੇ ਲਓ ਤੇ ਵੋਟ ਝਾੜੀ ਨੂੰ ਪਾਓ। ਇਹਨਾਂ ਉੱਤੇ ਝੂਠੀਆਂ ਸਹੁੰਆਂ ਖਾਣ ਦੇ ਦੋਸ਼ ਲੱਗੇ। ਇਹਨਾਂ ਵੋਟਰਾਂ ਨੂੰ ਕਿਹਾ ਵੀ ਜੇ ਤੁਹਾਨੂੰ ਕੋਈ ਸਹੁੰ ਖਾਣ ਨੂੰ ਕਹੇ ਤਾਂ ਉੱਤੋਂ ਖਾ ਲਓ। ਮਤਲਬ ਕਿੰਨੇ ਛਾਤਰ ਦਿਮਾਗ ਨੇ ਵੀ ਆਪਣੀਆਂ ਕਮਜ਼ੋਰੀਆਂ, ਆਪਣੇ ਧੱਬੇ ਉਹ ਜਿਹੜੇ ਆ ਸਾਰੇ ਸਮਾਜ ਤੇ ਲਾਉਣ ਦੀ ਕੋਸ਼ਿਸ਼ ਕਰਦੇ। ਚਰਨਜੀਤ ਸਿੰਘ ਚੰਨੀ ਤਾਂ ਇਹ ਵੀ ਕਹਿੰਦੇ ਨਜ਼ਰ ਆਏ ਆ ਜੀ। ਉਹ ਕਹਿੰਦੇ ਵੀ ਮੈਂ ਤਾਂ ਬਹੁਤ ਗਰੀਬ ਆ ਤੇ ਲੋਕਾਂ ਨੂੰ ਉਹਨਾਂ ਨੇ ਅਪੀਲ ਕੀਤੀ ਆ ਵੀ ਲੋਕਾਂ ਨੇ ਹੀ ਮੇਰੀ ਚੋਣ ਲੜਨੀ ਆ, ਮੇਰੇ ਕੋਲ ਤਾਂ ਪੈਸਾ ਤੱਕ ਨਹੀਂ ਆ ਜੀ। ਉਹ ਕਹਿੰਦੇ ਜੇ ਉਹ ਆਪਣੇ ਆਪ ਨੂੰ ਗਰੀਬ ਕਹਿੰਦਾ ਤਾਂ ਸਾਰਿਆਂ ਨੂੰ ਅਰਦਾਸ ਕਰਨੀ ਵੀ ਅਸੀਂ ਵੀ ਇਦਾਂ ਦੇ ਗਰੀਬ ਹੋਈਏ। ਘੱਟੋ ਘੱਟ 10 ਕਰੋੜ ਕੈਸ਼ ਹੋਵੇ, ਠੀਕ ਹੈ ਨਾ। ਦੇਸ਼ ਦੇ ਸੰਵਿਧਾਨ ਦੇ ਵਿੱਚ ਗਰੀਬੀ ਦੀ ਡੈਫੀਨੇਸ਼ਨ ਜਿਹੜੀ ਆ ਉਹ ਫਿਰ ਰੀਡਿਫਾਈਨ ਕਰਨੀ ਪਊਗੀ। ਹੁਣ ਤਾਂ ਨਾ ਵੀ ਇੰਨੇ ਰੁਪਏ ਜਿਹੜੇ ਦਿਹਾੜੀ ਵਾਲਾ ਜਿਹੜਾ ਉਹਨੂੰ ਲੈਂਦੇ ਆ ਕਿ 26 ਰੁਪਏ ਕਿ ਕਿੰਨੇ ਰੁਪਏ, ਤੇ ਫਿਰ 10 ਕਰੋੜ ਵਾਲਾ ਜਿਹੜਾ ਗਰੀਬ ਡਿਕਲੇਅਰ ਕਰਨਾ ਪਊਗਾ ਜੇ ਚੰਨੀ ਸਾਹਿਬ ਦੀ ਗੱਲ ਨੂੰ ਮਾਨ ਸਨਮਾਨ ਦੇਣਾ ਜੀ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਨੇ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਕੇਂਦਰ ਦੇ ਵੱਲੋਂ। ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਗੁਰਮੀਤ ਰਾਮ ਰਹੀਮ ਦੀ 21 ਦਿਨ ਦੀ ਪੈਰੋਲ, ਜਿਹੜੇ ਸਜ਼ਾ ਇੰਨੀਆਂ ਸੰਗੀਨ ਧਾਰਾਵਾਂ ਨੇ ਜੀ। ਦੇਖੋ, ਬਹੁਤ ਪੱਖਪਾਤੀ ਹੈ, ਪੋਲੀਟੀਕਲੀ ਮੋਟੀਵੇਟਡ ਹੈ। ਮੈਂ ਸਪਸ਼ਟ ਕਹਿਣਾ ਕਿ ਭਾਈ ਰਾਜੋਆਣਾ ਵਰਗੀਆਂ ਜਿਹੜੀਆਂ ਸ਼ਖਸੀਅਤਾਂ ਆਪਣੀ ਜਿਹੜੀ ਉਮਰ ਕੈਦ ਦੀ ਸਜ਼ਾ ਤੋਂ ਡਬਲ ਕੱਟ ਲਈ ਤੇ ਬਾਪ ਦੇ ਭੋਗ ਵਾਸਤੇ ਵੀ ਅਦਾਲਤ ਦੇ ਰਾਹੀਂ 1 ਘੰਟੇ ਦੀ ਪੈਰੋਲ ਮਿਲੀ। ਦੇਖੋ, ਜਜ਼ਬਾਤੀ ਤੌਰ ਤੇ ਤੁਸੀਂ ਦੇਖੋ ਕਿ ਜੇ 26 ਸਾਲਾਂ ਬਾਅਦ ਬੰਦਾ ਘਰ ਜਾਣ ਲੱਗਿਆ ਤੇ ਇੰਨਾ ਆਪਾਂ ਟਾਈਮ ਸੀਮਿਤ ਕੀਤਾ ਕਿ ਬਾਪ ਦਾ ਭੋਗ ਹੈ, ਠੀਕ ਹੈ ਨਾ, ਤੇ 1 ਘੰਟਾ ਆਪਾਂ ਸੀਮਿਤ ਕਰ ਦਿੱਤਾ ਕਿ ਉਹ ਵੀ ਗੁਰਦੁਆਰੇ ਗਏ ਤੇ ਘਰ ਨਹੀਂ ਜਾ ਸਕਦੇ। ਜੇ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਹੈ, ਉਹਨਾਂ ਨੇ ਉਮਰ ਤੋਂ ਆਪਣੀ ਕੈਦ ਤੋਂ ਡਬਲ ਕੈਦ ਕੱਟ ਲਈ। ਉਹਨਾਂ ਦਾ ਕੇਜਰੀਵਾਲ ਨੇ 3 ਵਾਰੀ ਫਾਈਲ ਰਿਜੈਕਟ ਕਰ ਦਿੱਤੀ ਉਹਨਾਂ ਨੂੰ ਰਿਹਾਈ ਵਾਸਤੇ। ਤੇ ਇਹਦੇ ਤੇ 3 ਉਮਰ ਕੈਦਾਂ ਨੇ ਤੇ ਹਾਲੇ ਸਾਲ ਡੇਢ ਸਜ਼ਾ ਹੋਈ ਨਹੀਂ ਹੋਇਆ। ਤੇ ਇਲੈਕਸ਼ਨ ਦਾ ਟਾਈਮ ਹੈ, ਤੁਸੀਂ ਇਲੈਕਸ਼ਨ 'ਚ ਲੋਕਾਂ ਨੂੰ ਤਾਂ ਕਹਿੰਦੇ ਹੋ ਵੀ ਜਿਹੜੇ ਤੁਹਾਡੇ ਅਸਲੇ ਵਾਲੇ ਹਥਿਆਰ ਆ ਉਹ ਵੀ ਜਮ੍ਹਾਂ ਕਰਾ ਦਿਓ। ਜੇ ਕਿਸੇ ਦੇ ਛੋਟਾ ਜਿਹਾ ਕੇਸ ਹੁੰਦਾ ਤਾਂ ਉਹਨੂੰ ਥਾਣੇ ਵਾਲੇ ਚੈੱਕ ਕਰਦੇ ਫਿਰਦੇ ਆ ਵੀ ਕਿੱਥੇ ਆ, ਤੇ ਇਹਨਾਂ ਨੂੰ ਤੁਸੀਂ ਪੈਰੋਲ ਦੇ ਰਹੇ ਹੋ। ਇਹਦਾ ਜਵਾਬ ਬੀਜੇਪੀ ਨੂੰ ਲੋਕਾਂ ਨੂੰ ਦੇਣਾ ਪਊਗਾ। ਆ ਬੀਜੇਪੀ ਦੇ ਨੁਮਾਇੰਦਿਆਂ ਨੂੰ ਵੀ ਦੇਣਾ ਪਊਗਾ। ਆ ਜਿਹੜੇ ਇੱਥੇ ਸਾਡੇ ਲਾਲਪੁਰਾ ਖੜਾ, ਇਹਨੂੰ ਵੀ ਦੱਸਣਾ ਪਊਗਾ ਵੀ ਇਹ ਛਡਾ ਕੇ ਲਿਆਇਓ ਇਹਨੂੰ। ਬੜੀਆਂ ਵੱਡੀਆਂ ਗੱਲਾਂ ਕਰਦੇ ਸੀ ਵੀ ਹੁਣ ਤੁਸੀਂ ਦੱਸੋ ਵੀ ਕਿੱਥੇ ਖੜੇ ਹੋ। ਬੋਲਣਗੇ ਹੁਣ ਬੀਜੇਪੀ ਦੇ ਇਸ ਫੈਸਲੇ ਦੇ ਖਿਲਾਫ। ਔਰ ਢੀਂਡਸਾ ਸਾਹਿਬ ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਬੀਜੇਪੀ ਦੇ ਨਾਲ ਰਲ ਕੇ ਚੋਣਾਂ ਲੜ ਰਹੇ, ਬੜੇ ਵੱਡੇ ਇਸ਼ੂ ਬਣਾਏ ਸੀ ਨਾ। ਹੁਣ ਫਿਰ ਪੈਰੋਲ ਦੇ ਵਿੱਚ ਭਾਗੀਦਾਰ ਹੈਗੇ ਨੇ, ਜਵਾਬ ਦੇਣਗੇ ਸਾਰੇ। ਇਹ ਤਾਂ ਲਗਾਤਾਰ ਇਹ ਵੀ ਕਹਿ ਰਹੇ ਨੇ ਵੀ ਜਿਹੜੀ ਪੈਰੋਲ ਮਿਲੀ ਹੈ ਗੁਰਮੀਤ ਰਾਮ ਰਹੀਮ ਦੀ ਗੱਲ ਜਦੋਂ ਆਉਂਦੀ ਹੈ, ਉਹ ਕਹਿੰਦੇ ਵੀ ਗੁਰਮੀਤ ਰਾਮ ਰਹੀਮ ਨੂੰ ਦੇ ਅੱਧੇ ਤਾਂ ਲੀਡਰ ਹੀ ਪੈਰੋਕਾਰ ਨੇ। ਹਾਲਾਂਕਿ ਅਸੀਂ ਕਾਂਗਰਸ ਨੂੰ ਵੀ ਸਵਾਲ ਕੀਤਾ ਸੀਗਾ ਵੀ ਤੁਸੀਂ ਕੀ ਕਹਿੰਦੇ ਹੋ। ਉਹ ਕਹਿੰਦੇ ਜੀ ਇਹ ਤਾਂ ਕੋਰਟ ਦਾ ਮੈਟਰ, ਅਸੀਂ ਨਹੀਂ ਬੋਲਦੇ। ਅਸੀਂ ਕਿਹਾ ਜੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਤਾਂ ਖੁੱਲ੍ਹ ਕੇ ਇਤਰਾਜ਼ ਜਤਾ ਰਹੀ ਹੈ। ਉਹ ਕਹਿੰਦੇ ਜੀ ਮੁਆਫੀ ਦੇਣ ਵਾਲੇ ਵੀ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਸੀਗੇ, ਉਹਦੇ ਬਾਰੇ ਵੀ ਸਪਸ਼ਟ ਕਰਨ ਜੀ। ਤੁਹਾਡਾ ਨਾਂ ਜ਼ਿਆਦਾ ਲਿਆ ਜੀ, ਬਰਿੰਦਰ ਢਿੱਲੋਂ ਨਾਲ ਲਿਆ ਸਪੈਸ਼ਲ। ਜਿਹੜੀ ਕਾਂਗਰਸ ਇਹ ਕਹਿੰਦੀ ਕਿ ਕੋਰਟ ਦਾ ਮਸਲਾ, ਉਹਨੂੰ ਕਹੋ ਕਿ ਜਦੋਂ ਭਾਈ ਰਾਜੋਆਣਾ ਦੀ ਰਿਹਾਈ ਦਾ ਮਾਮਲਾ ਹੁੰਦਾ ਨਾ, ਤੁਹਾਡਾ ਮੈਂਬਰ ਪਾਰਲੀਮੈਂਟ ਪ੍ਰੈਸ ਕਾਨਫਰੰਸਾਂ ਕਿਉਂ ਕਰਦਾ ਰਵਨੀਤ ਸਿੰਘ ਬਿੱਟੂ? ਉਹ ਫਿਰ ਵੇਟ ਕਰਿਆ ਕਰੇ। ਇੱਕ ਨਹੀਂ ਉਹਦੀਆਂ ਮੈਂ 50 ਤੁਹਾਡੇ ਕੋਲ ਕਿੰਨੀਆਂ ਵੀਡੀਓ ਹੋਣਗੀਆਂ।
ਕਿ ਜਦੋਂ ਵੀ ਉਹਨਾਂ ਦੀ ਰਿਹਾਈ ਦਾ ਮਸਲਾ ਹੁੰਦਾ ਇਹ ਰਵਨੀਤ ਬਿੱਟੂ ਸਭ ਤੋਂ ਅੱਗੇ ਹੋ ਕੇ ਜਿਹੜਾ ਉਹ ਪ੍ਰੈਸ ਕਾਨਫਰੰਸਾਂ ਕਰਦਾ। ਕਿਉਂ ਕਰਦੇ ਆ ਫਿਰ? ਜਿਹੜੀ ਗੱਲ ਦੂਜਿਆਂ ਨੂੰ ਸਿਖਾਉਂਦੇ ਆ ਆਪਣੇ ਲੀਡਰਾਂ ਨੂੰ ਤਾਂ ਸਿਖਾਉਣ। ਕਿ ਜਿੱਥੇ ਸ਼ਰੇਆਮ ਗਲਤ ਹੋ ਰਿਹਾ ਉੱਥੇ ਕੋਈ ਬੋਲੇਗਾ ਨਹੀਂ? ਬੋਲਣ ਦੀ ਆਜ਼ਾਦੀ ਤਾਂ ਇੰਨੀ ਕੁ ਸਾਨੂੰ ਸਾਰਿਆਂ ਨੂੰ ਹੈਗੀ ਆ। ਇਹ ਫੈਸਲਾ ਤਾਂ ਬੀਜੇਪੀ ਦੀ ਸਰਕਾਰ ਨੇ ਕੀਤਾ, ਅਦਾਲਤ ਨੇ ਤਾਂ ਨਹੀਂ ਕੀਤਾ, ਬੀਜੇਪੀ ਦੀ ਸਰਕਾਰ ਨੇ ਕੀਤਾ, ਬੀਜੇਪੀ ਦੇ ਲੀਡਰਸ਼ਿਪ ਨੇ ਕਰਵਾਇਆ। ਇਸ ਕਰਕੇ ਕਿਉਂ ਨਾ ਬੋਲਾਂਗੇ? ਜੇ ਬੀਜੇਪੀ ਨਾਲ ਭਾਈਵਾਲ ਹੁੰਦੀ ਜੀ ਸ਼੍ਰੋਮਣੀ ਅਕਾਲੀ ਦਲ ਦੀ, ਫੇਰ ਵੀ ਤੁਸੀਂ ਇਤਰਾਜ਼ ਜਤਾਉਂਦੇ? 100% ਜਿਤਾਉਂਦੇ। ਕਿਉਂ ਨਹੀਂ ਜਿਤਾਉਂਦੇ? ਜਿੱਥੇ ਸਿਧਾਂਤਾਂ ਦੀ ਗੱਲ ਆ, ਅਸੀਂ ਬੀਜੇਪੀ ਨੂੰ ਨਾਤਾ ਨਹੀਂ ਤੋੜਿਆ ਜਿਹੜਾ ਕਿਸਾਨੀ ਕਾਨੂੰਨਾਂ ਦੇ ਉੱਤੇ। ਐਡਾ ਵੱਡਾ ਸਟੈਂਡ ਜੋ ਉਸ ਮੁੱਦੇ ਤੇ ਲੈ ਸਕਦੇ ਆ, ਤੇ ਇਹ ਤਾਂ ਬੜਾ ਗੰਭੀਰ ਮੁੱਦਾ। ਪਰ ਚੀਮਾ ਸਾਹਿਬ ਸਿਧਾਂਤਾਂ ਦੀ ਉਹ ਗੱਲ ਤਾਂ ਕਰਦੇ ਨੇ, ਉਹ ਮੁਆਫੀ ਦੀ ਗੱਲ ਆਉਂਦੇ, ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੇ ਖੁਦ ਕਰੋੜਾਂ ਰੁਪਏ ਖਰਚ ਕੇ ਪੋਸਟਰ ਲਗਾਏ, ਮੁਆਫੀ ਦਿੱਤੀ ਬਿਨਾਂ ਮੁਆਫੀ ਮੰਗੇ ਤੋਂ ਜੀ। ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਦੇ ਕੋਈ ਵੀ ਫੈਸਲਾ ਹੁੰਦਾ ਉਹਨੂੰ ਲਾਗੂ ਕਰਨ ਵਾਸਤੇ ਸਾਡੀ ਸੰਸਥਾ, ਸਿੱਖਾਂ ਦੀ ਸੰਸਥਾ। ਫੈਸਲਾ ਅਕਾਲ ਤਖਤ ਦਾ, ਉਹਨੂੰ ਉਸ ਰੂਪ 'ਚ ਦੇਖਿਆ ਜਾਣਾ ਚਾਹੀਦਾ। ਚੀਫ ਮਿਨਿਸਟਰ ਦਾ ਫੈਸਲਾ ਹੁੰਦਾ ਉਹਨੂੰ ਪਬਲਿਕ ਰਿਲੇਸ਼ਨ ਐਡਵਰਟਾਈਜ਼ਮੈਂਟ ਦਿੰਦਾ। ਜਿਹੜਾ ਵੀ ਜਿਹੜੀ ਹੈਗਾ ਅਕਾਲ ਤਖਤ ਸਾਹਿਬ ਦਾ ਸੰਦੇਸ਼ ਹੁੰਦਾ ਉਹਨੂੰ ਇੰਪਲੀਮੈਂਟ ਜਿਹੜੀ ਉਹ ਕਰ। ਜੇ ਉਹਨਾਂ ਨੇ ਹੱਕ 'ਚ ਕੀਤਾ ਉਹਨਾਂ ਨੇ ਉਹਦੀ ਐਡਵਰਟਾਈਜ਼ਮੈਂਟ ਕੀਤੀ, ਜੇ ਉਹਨਾਂ ਨੇ ਦੁਬਾਰਾ ਉਹਨੂੰ ਚੇਂਜ ਕਰ ਦਿੱਤਾ ਤਾਂ ਉਹਨਾਂ ਨੇ ਕੀਤੀ। ਉਹਨਾਂ ਦਾ ਮਕਸਦ ਤਾਂ ਅਕਾਲ ਤਖਤ ਦੇ ਫੈਸਲੇ ਨੂੰ ਅੱਗੇ ਕਨਵੇ ਕਰਨਾ, ਉਹਨੂੰ ਕਰਨਾ ਬਦਲਣਾ। ਉਹ ਸਾਡੀ ਸਭ ਤੋਂ ਵੱਡੀ ਸੰਸਥਾ ਦੂਜਾ ਅਕਾਲ ਤਖਤ ਸਾਹਿਬ, ਉਹਦੇ ਫੈਸਲੇ 'ਤੇ ਅਸੀਂ ਕਦੀ ਕਿੰਤੂ ਪਰੰਤੂ ਕਰਦੇ। ਤੁਸੀਂ ਸਿੱਖਿਆ ਮੰਤਰੀ ਰਹੇ ਹੋ ਜੀ, ਤੇ ਇਹਦੇ ਵਿੱਚ ਜਿੱਥੇ ਕਾਂਗਰਸ ਨੂੰ ਘੇਰਿਆ ਜਾ ਰਿਹਾ ਉੱਥੇ ਤੁਹਾਡੇ ਉੱਤੇ ਵੀ ਜਿਹੜੇ ਨਿਸ਼ਾਨੇ ਸਾਧੇ ਜਾ ਰਹੇ ਨੇ ਜੀ ਕਾਂਗਰਸੀਆਂ ਦੇ ਵੱਲੋਂ। ਉਹ ਕਹਿੰਦੇ ਜਦੋਂ ਚੀਮਾ ਸਾਹਿਬ ਸਿੱਖਿਆ ਮੰਤਰੀ ਸੀਗੇ ਤਾਂ ਉਦੋਂ ਦੇ ਹੀ ਜਿਹੜੇ ਅਧਿਆਪਕ ਨੇ 17 ਸਾਲ ਤੋਂ ਰੁਲ ਰਹੇ ਨੇ ਅਧਿਆਪਕ, ਤੇ ਉਦੋਂ ਫਿਰ ਚੀਮਾ ਸਾਹਿਬ ਨੇ ਪੱਕੇ ਕਿਉਂ ਨਹੀਂ ਕੀਤੇ? ਨਹੀਂ, ਗੱਲ ਇਹ ਹੈ, ਇਹ ਜਿਹੜਾ ਬੇੜਾ ਗਰਕ ਕੀਤਾ ਨਾ ਦੇਸ਼ ਦੇ ਐਜੂਕੇਸ਼ਨ ਸਿਸਟਮ ਦਾ, ਇਹ 2009 'ਚ ਜਦੋਂ ਕਪਲ ਸਿੱਬਲ HRD ਮਿਨਿਸਟਰ ਸੀ ਉਦੋਂ ਰਾਈਟ ਟੂ ਐਜੂਕੇਸ਼ਨ ਐਕਟ ਲਿਆਂਦਾ ਸੀ ਜੀ। ਉਹਦੇ ਅੰਡਰ ਇਹਨਾਂ ਨੇ ਇਹੋ ਜਿਹੇ ਸਿਸਟਮ ਕ੍ਰੀਏਟ ਕਰ ਦਿੱਤਾ, ਇੰਨਾ ਅਡਹੋਕਿਜ਼ਮ ਕ੍ਰੀਏਟ ਕਰ ਦਿੱਤਾ। ਕੇਂਦਰ ਸਰਕਾਰ ਨੇ ਸੂਬਿਆਂ ਦੀ ਐਡਵਾਈਸ ਨੂੰ ਇਗਨੋਰ ਕਰਕੇ ਆਪਣੀਆਂ ਸਕੀਮਾਂ ਜਿਹੜੀਆਂ ਹੈਗੀਆਂ ਉਹ ਇੰਪਲੀਮੈਂਟ ਕਰ ਦਿੱਤੀਆਂ। ਉਹਦੇ ਵਿੱਚ ਜਿਹੜੇ ਆ ਵਲੰਟੀਅਰ ਅਲੱਗ-ਅਲੱਗ ਨਾਮ ਦੇ ਉੱਤੇ ਰੱਖੇ ਗਏ। ਗਵਰਨਮੈਂਟ ਆਫ ਇੰਡੀਆ ਡਿਸਕੰਟੀਨਿਊ ਕਰ ਗਈ ਸਕੀਮ ਨੂੰ, ਸਟੇਟਾਂ ਦੇ ਗੱਲ ਪੈ ਗਏ। ਇਸ ਕਰਕੇ ਇਹਨਾਂ ਨੂੰ ਜਿਹੜੇ ਦੋਸ਼ ਲਾਉਂਦੇ ਆ ਨਾ, ਇਹਨਾਂ ਨੂੰ ਕਹੋਗੇ ਮਾੜਾ ਮੋਟਾ ਕਿਤੇ ਨੇਰੇ ਸਵੇਰੇ 4 ਅੱਖਰ ਪੜ੍ਹ ਲਿਆ ਕਰ। ਇਹ ਜਿੰਨੇ ਵਲੰਟੀਅਰ ਸੀ ਇਹ ਗਵਰਨਮੈਂਟ ਆਫ ਇੰਡੀਆ ਦੀਆਂ ਜਿਹੜੀਆਂ ਸੈਂਟਰਲੀ ਸਪਾਂਸਰਡ ਸਕੀਮਾਂ ਸੀ ਉਹਦੇ ਸੀ। ਅਸੀਂ ਹਮੇਸ਼ਾ ਅਪੋਜ਼ ਕਰਦੇ ਹਾਂ, ਇਸੇ ਕਰਕੇ ਅਸੀਂ ਫੈਡਰਲਿਜ਼ਮ ਦੇ ਹੱਕ 'ਚ ਖੜ੍ਹਦੇ ਹਾਂ ਕਿ ਸੂਬਿਆਂ ਨੂੰ ਕੰਸਲਟ ਕੀਤੇ ਬਗੈਰ ਇਹ ਫੈਸਲੇ ਨਹੀਂ ਹੋਣੇ ਚਾਹੀਦੇ। ਤੁਸੀਂ ਸਟੇਟਾਂ ਨੂੰ ਕਲੋਨੀ ਬਣਾਤਾ, ਸਾਰੇ ਜਿਹੜੇ ਫੈਡਰਲ ਰਾਈਟ ਹੈ ਸਾਡੇ ਖਤਮ ਕਰ ਦਿੱਤੇ। ਆਪਣੀ ਮਰਜ਼ੀ ਦੀ ਤੁਸੀਂ ਦੇਸ਼ ਦੇ ਵਿੱਚ ਸਕੀਮ ਬਣਾਉਂਦੇ ਹੋ ਜਿਹੜੀ ਸਾਰੀਆਂ ਸਟੇਟਾਂ ਨੂੰ ਸੂਟ ਨਹੀਂ ਕਰਦੀ ਹੁੰਦੀ, ਔਰ ਤੁਸੀਂ 2-3 ਸਾਲ ਤਜਰਬਾ ਕਰਕੇ ਮੁਲਾਜ਼ਮ ਰੱਖ ਕੇ ਤੁਸੀਂ ਬੰਦ ਕਰ ਦਿੰਦੇ ਹੋ ਕਿ ਸਕੀਮ ਫੇਲ ਹੋ ਗਈ। ਉਹ ਜਿਹੜੇ ਮੁਲਾਜ਼ਮ ਨੇ ਉਹ ਸਟੇਟਾਂ ਦੇ ਨੇੜੇ ਹੋਣ ਕਰਕੇ ਉਹ ਸਟੇਟਾਂ ਦੇ ਨਾਲ ਉਲਝ ਜਾਂਦੇ ਆ। ਇਸ ਕਰਕੇ ਕਿਉਂ ਰੱਖੇ ਸੀ ਇਹ ਵਲੰਟੀਅਰ ਜੇ ਸਕੀਮਾਂ ਕੰਟੀਨਿਊ ਨਹੀਂ ਕਰਨੀਆਂ ਸੀ ਤਾਂ? ਇਹਨਾਂ ਨੂੰ ਪੁੱਛੋ ਨਾ ਵੀ ਕਦੀ ਜਿਹੜੀ ਹੈਗੀ ਆ ਸਵੇਰੇ ਉੱਠ ਕੇ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਬਿਨਾਂ ਮੂੰਹ ਧੋਤੇ। ਕੋਈ ਪੜ੍ਹ ਤਾਂ ਲਿਆ ਕਰੋ। ਤੇ ਰਾਈਟ ਟੂ ਐਜੂਕੇਸ਼ਨ ਐਕਟ ਕੌਣ ਲੈ ਕੇ ਆਇਆ ਸੀ? ਬਿਨਾਂ ਦੇਸ਼ ਨੂੰ ਤਿਆਰ ਕੀਤੇ, ਦੇਸ਼ ਦੇ ਸਿਸਟਮ ਨੂੰ ਤਿਆਰ ਕੀਤੇ ਤੁਸੀਂ ਫੋਰਨ ਦਾ ਇੱਕ ਸਿਸਟਮ ਲਿਆ ਕੇ ਸਾਡੇ ਦੇਸ਼ ਦੀ ਜਿਹੜੀ ਸਿੱਖਿਆ ਪ੍ਰਣਾਲੀ ਵਿੱਚ ਰੱਖ ਦਿੱਤਾ। ਉਹਦੇ ਵਾਸਤੇ ਆਪਣੇ ਸਿਸਟਮ ਨੂੰ ਤਿਆਰ ਨਹੀਂ ਕੀਤਾ। ਕਿਹਦੀ ਗਲਤੀ ਹੈ? ਮੈਂ ਤਾਂ ਨੈਸ਼ਨਲ ਲੈਵਲ ਦੇ ਉੱਤੇ ਜਦੋਂ ਚੇਅਰਮੈਨ ਬਣਿਆ ਸੀਗਾ ਜਿਹੜੀ ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ ਹੈ, ਅੱਜ ਜਿੰਨੇ ਇਹ ਰਾਈਟ ਟੂ ਐਜੂਕੇਸ਼ਨ ਐਕਟ 'ਤੇ ਗਲਤ ਕੰਮ ਸੀ ਕਿ 5ਵੀਂ ਤੇ 8ਵੀਂ ਦੀ ਪ੍ਰੀਖਿਆ ਬੰਦ ਹੋ ਗਈ ਸੀ, ਮੇਰੀ ਰეკਮੈਂਡੇਸ਼ਨ ਦੇ ਉੱਤੇ ਦੇਸ਼ 'ਚ ਦੁਬਾਰਾ ਸ਼ੁਰੂ ਹੋਈ। ਜਿਹੜਾ 8ਵੀਂ ਤੱਕ ਨਾ ਫੇਲ ਕਰਨ ਦਾ ਸਿਸਟਮ ਸੀ, ਮੇਰੀ ਰეკਮੈਂਡੇਸ਼ਨ 'ਤੇ, ਬੜੇ ਆਉਂਦਰ ਵਾਲੀ ਗੱਲ ਆ ਕਿ ਦੇਸ਼ ਦੀ ਪਾਰਲੀਮੈਂਟ ਨੂੰ ਮੇਰੀ ਰეკਮੈਂਡੇਸ਼ਨ ਮੰਨ ਕੇ ਚੀਜ਼ਾਂ ਚੇਂਜ ਕਰਨੀਆਂ ਪਈਆਂ। ਇਸ ਕਰਕੇ ਅਸੀਂ ਤਾਂ ਬਹੁਤ ਕੁਝ ਵੱਡੇ ਬਦਲਾਅ ਲਿਆਂਦੇ ਆ। ਕਿਤੇ ਬਹਿਸ ਕਰਨੀ ਤਾਂ ਮੇਰੇ ਨਾਲ ਖੁੱਲ੍ਹ ਕੇ ਕਰ ਲੈਣ, ਪਰ ਜੋ ਭੱਠਾ ਇਹਨਾਂ ਨੇ ਬਿਠਾਇਆ ਇਹ ਆਪਣਾ ਤਾਂ ਕਿਸੇ ਨੂੰ ਦੱਸਦੇ ਨਹੀਂ ਕਿ ਤੁਸੀਂ ਸਾਰੇ ਸੂਬੇ 'ਚ ਪ੍ਰਚਾਰ ਕਰ ਦਿੱਤਾ ਸੀ ਕਿ ਅਸੀਂ ਪ੍ਰੀ ਪ੍ਰਾਇਮਰੀ ਕਲਾਸਿਸ ਸ਼ੁਰੂ ਕਰ ਦਿੱਤੀਆਂ ਤੇ ਇੱਕ ਵੀ ਅਧਿਆਪਕ ਨਹੀਂ ਰੱਖਿਆ। ਤੇ ਮੇਰੀ ਆਪਣੀ ਤਿਆਰ ਕੀਤੀ ਹੋਈ ਫਾਈਲ ਸੀ ਕਿ ਇਹ ਸਾਰੇ ਪ੍ਰੀ ਪ੍ਰਾਇਮਰੀ ਟੀਚਰ ਦੇ ਤੌਰ ਤੇ ਯੂਜ਼ ਕੀਤੇ ਜਾ ਸਕਦੇ ਆ। ਕੈਬਨਿਟ ਦਾ ਨੋਟ ਬਣਿਆ ਪਿਆ ਸੀ, ਉਹਨੂੰ ਫਾਲੋ ਕਰਕੇ ਪੜ੍ਹ ਹੀ ਦਿੰਦੇ ਤੇ ਮਸਲਾ ਹੱਲ ਹੋ ਜਾਂਦਾ। ਪ੍ਰਤਾਪ ਸਿੰਘ ਬਾਜਵਾ ਹੋਰੀ ਕਹਿ ਰਹੇ ਨੇ ਜੀ ਵੀ ਪਿੰਡਾਂ ਦੇ ਵਿੱਚ ਤਾਂ ਕਹਿੰਦੇ ਚਲੋ ਥੋੜੀ ਬਹੁਤੀ ਵੋਟ ਪੈ ਜੂਗੀ ਕਹਿੰਦੇ ਅਕਾਲੀ ਦਲ ਨੂੰ, ਸ਼ਹਿਰਾਂ ਦੇ ਵਿੱਚ ਕੀ ਕਰੋਗੇ? ਕਹਿੰਦੇ ਬੀਜੇਪੀ ਤੋਂ ਬਿਨਾਂ ਤਾਂ ਆਧਾਰ ਹੀ ਨਹੀਂ ਹੈਗਾ ਜੀ ਅਕਾਲੀ ਦਲ ਦਾ। ਬਾਜਵਾ ਸਾਹਿਬ ਨੂੰ ਲਿਆਓ ਕਿਧਰ ਬਾਜ਼ਾਰ ਲੈ ਕੇ ਚੱਲੀਏ, ਉਹਨਾਂ ਨੂੰ ਦਿਖਾਈਏ ਮਾੜਾ ਮੋਟਾ, ਪਤਾ ਲੱਗੇ ਨਾ। ਇਸ ਕਰਕੇ ਉੱਥੇ ਬਹਿ ਕੇ ਦਮਗਜੇ ਮਾਰੀ ਜਾਣੇ ਜਿਹੜੇ ਜਦੋਂ ਜਾ ਕੇ ਦੇਖੋ ਸ਼ਹਿਰਾਂ ਦੇ ਵਿੱਚ ਕੀ ਬਣਦਾ ਪਿਆ।
ਉਹਨਾਂ ਨੂੰ ਕਹੋ ਤੁਹਾਡੇ ਪ੍ਰਧਾਨ ਦੇ ਨੱਕ 'ਚ ਦਮ ਕੀਤਾ ਹੋਇਆ ਮਜੀਠਾ ਸਾਹਿਬ ਨੇ ਸ਼ਹਿਰ ਦੇ ਵਿੱਚ, ਜਿੱਤ ਕੇ ਦਿਖਾਵੇ। ਕਾਂਗਰਸ ਦਾ ਸੂਬੇ ਦਾ ਪ੍ਰਧਾਨ ਹੈ, ਬਾਜਵਾ ਸਾਹਿਬ ਨੂੰ ਕਹੋ ਪੁੱਛੋ ਉਹਦੀ ਹਾਲਤ ਕੀ ਹੋਈ ਪਈ ਹੈ, ਕਿਤੇ ਜਾਓ ਤਾਂ ਅਸੀਂ ਨਾਲ ਗੁਆਂਢ ਆ। ਪਰ ਉਹ ਤਾਂ ਕਦੇ ਕਹਿੰਦੇ ਜੀ ਵੀ ਜੀਜਾ ਸਾਲਾ ਰਹਿਣ ਨਹੀਂ ਦੇਣਾ, ਕਦੇ ਕਹਿੰਦੇ ਜੀ ਲੰਬੂ ਨੂੰ ਸਬਕ ਸਿਖਾਉਣਾ ਹੈ ਜੀ, ਮਜੀਠੀਆ ਸਾਹਿਬ ਨੂੰ ਨਵਜੋਤ ਸਿੰਘ ਸਿੱਧੂ ਲਗਾ। ਇਹੀ ਕਹਿੰਦਾ ਨਾ, ਹੁਣ ਜਾ ਕੇ ਆਪਣੇ ਪ੍ਰਧਾਨ ਦਾ ਹਾਲ ਤਾਂ ਪੁੱਛਣ। ਉਹ ਤਾਂ ਵਿਚਾਰੇ ਹੌਕੇ ਲਈ ਜਾਂਦਾ, ਉਹਨੂੰ ਜਾ ਕੇ ਪਤਾ ਲੱਗੂ ਸ਼ਹਿਰ 'ਚ ਇਲੈਕਸ਼ਨ ਲੜਦੇ ਪਏ। ਮਜੀਠਾ ਸਾਹਿਬ ਰੂਰਲ ਕੌਂਸਟੀਚੁਐਂਸੀ ਛੱਡ ਕੇ ਸ਼ਹਿਰ 'ਚ ਇਲੈਕਸ਼ਨ ਲੜ ਰਹੇ ਆਪ, ਤੇ ਉਹਨਾਂ ਨੂੰ ਪ੍ਰਧਾਨ ਉਹਨਾਂ ਦੇ ਦੀ ਜੋ ਹਾਲਤ ਹੈ ਹੌਕੇ ਲੈ ਰਿਹਾ ਉਸ ਵੇਲੇ। ਤੇ ਬਾਜਵਾ ਸਾਹਿਬ ਨੂੰ ਕਹੋ ਜਾ ਕੇ ਹਾਲ ਹੀ ਪੁੱਛਿਆ। ਚਲੋ ਬਾਜਵਾ ਸਾਹਿਬ ਤਾਂ ਆਪ ਚਾਹੁੰਦੇ ਹੁਣੇ ਵੀ ਖਤਮ ਹੀ ਹੋਵੇ, ਚੀਮਾ ਸਾਹਿਬ ਇਹ ਵੀ ਪਤਾ, ਪਰ ਉਹਨੂੰ ਕਹੋ ਵੀ ਜਾ ਕੇ ਹਾਲਤ ਤਾਂ ਪੁੱਛੋ। ਇਸ ਰਾਜਨੀਤੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਵੀ ਇੱਕ ਦੂਜੇ ਉਮੀਦਵਾਰ ਦੇ ਉੱਤੇ ਤੂੰ ਲੰਬੂ, ਤੂੰ ਜੀਜਾ ਸਾਲਾ, ਜਾਂ ਉਧਰੋਂ ਠੋਕੋ ਤਾਲੀ ਮਜੀਠੀਆ ਸਾਹਿਬ ਵੀ ਇਸ ਤਰ੍ਹਾਂ ਦੀ ਰਾਜਨੀਤੀ ਕਦੇ ਹੁੰਦਾ ਸੀ ਵੀ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਸੀ, ਮੁੱਦਿਆਂ ਦੇ ਆਧਾਰ ਤੇ ਵੋਟ ਮੰਗੀ ਜਾਵੇ, ਪਰ ਲੋਕ ਵੀ ਹੁਣ ਪਿੱਛੇ ਜਕਾਰੇ ਛੱਡਦੇ ਆ ਜੀ। ਦੇਖੋ ਮੇਰੇ ਤੁਸੀਂ ਆ ਕਿੰਨੇ ਦਿਨਾਂ ਦੇ ਆ ਤੁਸੀਂ ਇੱਥੇ ਰਹਿੰਦੇ ਹੋ, ਮੇਰੀਆਂ ਸਾਰੀਆਂ ਪਿੰਡਾਂ ਦੀਆਂ ਸਪੀਚਾਂ ਸੁਣੋ। ਮੈਂ ਆਪਣੇ ਵਿਰੋਧੀਆਂ ਦਾ ਕਦੇ ਨਾਮ ਹੀ ਨਹੀਂ ਲਿਆ, ਪਰ ਮੇਰੇ ਸਾਰੇ ਮੈਨੂੰ ਕਹਿੰਦੇ ਵੀ ਤੁਸੀਂ ਵੀ ਮਾੜਾ ਜਿਹਾ ਠੋਕੋ। ਸ਼ਾਇਦ ਪਬਲਿਕ ਇਹ ਸੁਣਨਾ ਚਾਹੁੰਦੀ ਹੈ, ਕਿਉਂਕਿ ਮੈਨੂੰ ਸਾਰੇ ਮੇਰੇ ਸਾਥੀ ਕਹਿੰਦੇ ਵੀ ਤੁਸੀਂ ਥੋੜ੍ਹਾ ਜਿਹਾ ਢਿੱਲਾ ਚੱਲਦੇ ਹੋ, ਵੀ ਮਾੜਾ ਜਿਹਾ ਠੋਕ ਕੇ ਰੱਖਿਆ ਕਰੋ ਵੀ ਜਿਵੇਂ ਉਹ ਠੋਕਦੇ ਆ। ਇਸ ਕਰਕੇ ਪਸੰਦ ਆਪੋ ਆਪਣੀ ਹੈ, ਪਰ ਮੈਂ ਹਮੇਸ਼ਾ ਕਹਿੰਦਾ ਕਿ ਪਾਲਿਸੀਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ। ਇਹੀ ਕਰਕੇ ਪਾਲਿਸੀਆਂ ਇਗਨੋਰ ਹੋ ਜਾਂਦੀਆਂ, ਨੀਤੀਆਂ ਤੇ ਗੱਲ ਹੋਣੀ ਚਾਹੀਦੀ, ਪਬਲਿਕ ਦੇ ਇਸ਼ੂ ਦੇ ਉੱਤੇ ਗੱਲ ਹੋਣੀ ਚਾਹੀਦੀ, ਸਰਕਾਰਾਂ ਦੀ ਕਾਰਗੁਜ਼ਾਰੀ ਦੇ ਉੱਤੇ ਗੱਲ ਹੋ ਜਾਣੀ ਚਾਹੀਦੀ। ਇਹਦੇ ਨਾਲ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਫਾਇਦਾ ਪਹੁੰਚ ਜਾਂਦਾ। ਜਦੋਂ ਆਪਾਂ ਡਿਬੇਟ ਨੂੰ ਅਸਲੀ ਮੁੱਦਿਆਂ ਤੋਂ ਡਿਰੇਲ ਕਰਦੇ ਹਾਂ, ਉਹਦੇ ਨਾਲ ਮਾੜੇ ਅਨਸਰ ਰਾਜਨੀਤੀ ਦੇ ਵਿੱਚ ਅੱਗੇ ਵਧਦੇ ਆ। ਜੇ ਤੁਸੀਂ ਮੁੱਦਿਆਂ ਤੇ ਬਹਿਸ ਕਰੇ, ਪਿਛਲੀ ਵਾਰੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕੀ ਕੀਤਾ? ਫਿਰ ਡਿਵੈਲਪਮੈਂਟ ਦੇ ਉੱਤੇ, ਲਾਅ ਐਂਡ ਆਰਡਰ ਦੇ ਉੱਤੇ, ਰੂਲ ਆਫ ਲਾਅ ਤੇ ਡਿਬੇਟ ਕਰਨ ਦੀ ਬਜਾਏ ਦੂਜੇ ਪਾਸੇ ਮੁੱਦੇ ਬਣਾਉਣੇ ਸ਼ੁਰੂ ਕਰਤੇ, ਸਿਰਫ ਇਸੇ ਗੱਲ ਕਰਕੇ ਕਿ ਉੱਥੇ ਅਸੀਂ ਕਾਮਯਾਬ ਹੋਵਾਂਗੇ। ਇਸ ਕਰਕੇ ਚੰਗੀ ਗੱਲ ਆ, ਅਸਲੀ ਹੁੰਦਾ ਹੀ ਡੈਮੋਕ੍ਰੇਸੀ ਦੇ ਵਿੱਚ ਮੁੱਦਿਆਂ ਤੇ ਡਿਬੇਟ ਚਾਹੀਦੀ ਹੈ। ਪਰ ਅੱਜ ਕੱਲ੍ਹ ਲੋਕੀ ਹੁਣ ਟ੍ਰੈਂਡ ਸੌਖਾ ਹੋ ਗਿਆ ਵੀ ਜੋ ਮਰਜ਼ੀ ਉੱਠੋ ਤੇ ਸਵੇਰੇ ਜਿਹੜੀ ਆ ਸੁੱਚੇ ਮੂੰਹ ਹੀ ਦੂਜੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿਓ। ਪਰ ਮੈਂ ਹਮੇਸ਼ਾ ਗੁਰੇਜ਼ ਕਰਦਾ ਇਸ ਗੱਲ ਤੋਂ, ਤੁਸੀਂ ਸਾਰੀਆਂ ਮੇਰੀਆਂ ਸਪੀਚਾਂ ਦੇਖ ਲਓ, ਕਦੇ ਵੀ ਕੋਈ ਪੁਆਇੰਟ ਆਊਟ ਕਰੋ। 2 ਟਰਮਾਂ ਦੇ ਵਿੱਚ ਸਰਕਾਰ ਦੇ ਰੂਪ ਦੇ ਵਿੱਚ ਰਹਿਣ ਵਾਲੀ ਪਾਰਟੀ 2017 ਦੇ ਵਿੱਚ ਅਜਿਹੀ ਕਿਹੜੀ ਗਲਤੀ ਕਰ ਲੈਂਦੀ ਹੈ ਜੀ ਵੀ ਤੀਜੇ ਨੰਬਰ ਤੇ ਆ ਜਾਂਦੇ ਆ ਜੀ? ਅਕਸਰ ਤੁਸੀਂ ਜੇ ਦੇਸ਼ ਦੇ ਬਾਕੀ ਸਟੇਟਾਂ ਦੇ ਰਿਜ਼ਲਟ ਵੀ ਦੇਖੋ ਤਾਂ ਜਿੰਨੀਆਂ ਵੀ ਸਰਕਾਰਾਂ 2-3 ਟਰਮਾਂ ਕਰਦੀਆਂ ਉਹ ਬਿਲਕੁਲ ਇਸੇ ਤਰ੍ਹਾਂ ਹੀ ਵਾਸ਼ ਆਊਟ ਹੋਈ। ਐਂਟੀ ਇਨਕੰਬੈਂਸੀ ਇੱਕ ਇਹੋ ਜਿਹਾ ਫੈਕਟਰ ਹੈਗਾ, 5 ਸਾਲ 'ਚ ਹੀ ਕਾਫੀ ਹੋ ਜਾਂਦਾ ਸਰਕਾਰ ਦੇ ਅਗੇਂਸਟ, 10 ਸਾਲਾਂ ਦੇ ਵਿੱਚ ਡਬਲ ਹੋ ਜਾਂਦਾ। ਜਿਹੜੀ ਸਰਕਾਰ 2 ਵਾਰੀ ਜਾਂ 3 ਵਾਰੀ ਬਣਦੀ ਹੈ ਉਹ 'ਚ ਕੋਈ ਖੂਬੀ ਹੁੰਦੀ ਤਾਂ ਬਣਦੀ। ਆਮ ਆਦਮੀ ਪਾਰਟੀ ਤਾਂ ਕਹਿੰਦੇ 100 ਸਾਲ ਲਈ ਆ ਰਹੇ ਆ ਜੀ, ਜੇ ਇੱਕ ਵਾਰ ਬਣ ਗਏ। ਤੁਸੀਂ ਦੇਖੋ ਤਾਂ ਸਹੀ ਇਹਦਾ ਬੰਦਾ ਕੀ ਹੈ। ਆ ਹੁਣ ਜੋ ਹਾਲ ਹੋ ਗਿਆ, ਦੇਖੋ ਜੋ ਮਾਡਲ ਇਹ ਪੰਜਾਬ ਦੇ ਵਿੱਚ ਦੇਣਾ ਚਾਹੁੰਦੇ ਆ ਨਾ, ਇਹਨਾਂ ਨੂੰ ਪੰਜਾਬ ਦੀ ਹਿਸਟਰੀ ਨਹੀਂ ਪਤਾ। ਇਹ ਉਹ ਮੁੱਖ ਮੰਤਰੀ ਹੈ ਕਰੋਨਾ ਦੇ ਵਿੱਚ ਜਿਹਨੇ ਐਲਾਨ ਕੀਤਾ ਸੀਗਾ ਟੀਵੀ ਦੇ ਉੱਤੇ ਆ ਕੇ ਕਿ ਮੈਂ ਬਾਹਰਲੇ ਸੂਬਿਆਂ ਦੇ ਲੋਕਾਂ ਦਾ ਇਲਾਜ ਨਹੀਂ ਕਰ ਸਕਦਾ, ਤੇ ਪੰਜਾਬ ਨੂੰ ਆ ਕੇ ਹੁਣ ਇਹ ਪੇਸ਼ ਕਰਦਾ ਹੈ ਕਿ ਸਾਡਾ ਹੈਲਥ ਦਾ ਮਾਡਲ ਇਹ ਹੋਏਗਾ। ਇਹਨੂੰ ਪੰਜਾਬ ਦੇ ਮਾਡਲ ਦਾ ਨਹੀਂ ਪਤਾ ਕਿ ਇੱਥੇ ਤਾਂ ਭਾਈ ਕਨ੍ਹਈਆ ਦਾ ਮਾਡਲ ਚੱਲਦਾ ਸੀ, ਦੁਸ਼ਮਣਾਂ ਦੀ ਵੀ ਮਲਮ ਪੱਟੀ ਹੁੰਦੀ ਸੀ, ਤੇ ਇਹ ਤਾਂ ਆਪਣੇ ਲੋਕਾਂ ਦਾ ਮੂੰਹ ਮੋੜ ਗਿਆ ਸੀ। ਇਸ ਕਰਕੇ ਇਹੋ ਜਿਹੇ ਪਹਿਲਾਂ ਇੱਕ ਦੀ ਵਾਰੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਨਵੀਂ ਚੀਜ਼ ਦਾ। SVL ਦੇ ਖਿਲਾਫ ਇਹਨੇ ਜਿਹੜਾ ਸਾਡੇ ਹਿੱਤਾਂ ਦੇ ਖਿਲਾਫ ਐਫੀਡੇਵਿਟ ਫਾਈਲ ਕੀਤਾ, ਇਹਨੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਾਉਣ ਵਾਸਤੇ ਇਹਨੇ ਪਟੀਸ਼ਨ ਦਾਇਰ ਕੀਤੀ, ਪਰਾਲੀ ਵਾਲੇ ਮੁੱਦੇ ਤੇ ਇਹਨੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ, ਤੇ ਜਿਹੜਾ ਕਰੋਨਾ 'ਚ ਇਹਨੇ ਜਿਹੜੇ ਬਾਹਰਲੇ ਲੋਕਾਂ ਦੇ ਸੂਬਿਆਂ ਦੇ ਲੋਕਾਂ ਨੂੰ ਧੱਕਿਆ। ਥਰਮਲ ਪਲਾਂਟਾਂ ਦੇ ਵਿੱਚ ਤੁਹਾਨੂੰ ਦੋਸ਼ ਦਿੰਦੇ ਆ ਜੀ ਵੀ ਬਾਦਲਾਂ ਨੇ ਪ੍ਰਾਈਵੇਟ ਕਰਕੇ ਆਪਣੇ ਹਿੱਸੇ ਪੱਤੀਆਂ ਕੀਤੀਆਂ, ਹਾਲਾਂਕਿ ਇੱਥੋਂ ਤੱਕ ਕਿਹਾ ਜਾਂਦਾ ਜੀ ਟਰਾਂਸਪੋਰਟ ਦੇ ਵਿੱਚ ਜਿੱਥੇ ਵੀ ਕਹਿੰਦੇ ਕੋਈ ਅਮੀਰ ਵੱਡਾ ਦਿਖਿਆ ਉੱਥੇ ਸੁਖਬੀਰ ਬਾਦਲ ਨੇ ਹਿੱਸਾ ਪਾ ਲਿਆ। ਪੁੱਛੋ ਵੀ ਇਹਨੂੰ ਕੀ ਹੈ, ਕਿੰਨੇ % ਆ? ਨਹੀਂ, ਇਹ 5 ਸਾਲ ਵਾਸਤੇ ਰੇਤਾ ਵੇਚਣ ਵਾਸਤੇ ਸਰਕਾਰ ਚਾਹੀ ਸੀ। ਇਹਨਾਂ ਨੂੰ ਚਾਹੀਦਾ ਨਹੀਂ ਸੀ ਕਿ ਜਿਹਨੇ ਗਲਤ ਕੀਤਾ ਉਹਨਾਂ ਨੂੰ ਅੰਦਰ ਕਰ ਦੇ। ਫਿਰ ਰੇਤਾ ਇੰਨੀ ਕੀ ਇੰਪੋਰਟੈਂਟ ਆ ਵੀ ਰੇਤਾ 'ਚ ਇੰਨੇ ਰੁੱਝ ਗਏ ਕਿ ਇੰਨਾ ਕੁਝ ਕਿਹਾ ਸੀ ਬਾਦਲਾਂ ਦੇ ਖਿਲਾਫ ਤੇ ਸਾਬਤ ਕੁਝ ਨਹੀਂ ਹੋਇਆ। ਰੇਤਾ ਤੋਂ ਇਲਾਵਾ ਵੀ ਕੋਈ ਕੰਮ ਕਰਨਾ ਚਾਹੀਦਾ ਸੀ। ਅਸੀਂ ਤਾਂ ਅਸੀਂ ਸਮਝ ਨਹੀਂ ਪਾਏ ਜੀ ਵੀ ਚਾਚੇ ਭਤੀਜੇ ਦੀ ਸਰਕਾਰ ਹੈ, ਪਰ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਮਜੀਠੀਏ ਦੇ ਉੱਤੇ ਕਹਿੰਦੇ ਪਰਚਾ ਕਰਕੇ ਦਿਖਾਤਾ ਵੀ ਇਹ ਡਰੱਗ ਤਸਕਰੀ ਦੇ ਵਿੱਚ ਸੀ। ਨਹੀਂ, ਜਿਹੜਾ ਪਰਚਾ ਹੋਇਆ ਉਹਦੀ ਬੈਕਗ੍ਰਾਉਂਡ ਵੀ ਤੁਹਾਨੂੰ ਪਤਾ, ਜਿਸ DGP ਨੇ ਕੀਤਾ ਉਹਦਾ ਵੀ ਤੁਹਾਨੂੰ ਪਤਾ। ਉਸ ਪਰਚੇ ਦੇ ਜਿੱਦਣ ਫਾਈਨਲ ਰਿਜ਼ਲਟ ਆਉਣਗੇ ਤੇ ਜਿੱਡੀ ਵੱਡੀ ਜੱਜਮੈਂਟ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਆਈ ਸੀ ਨਾ 92 ਪੇਜ ਦੀ, ਪਹਿਲਾਂ ਤਾਂ ਲੱਗਦਾ ਸੀ ਦੇਸ਼ 'ਚ ਇੱਕ ਹੀ ਅਫਸਰ ਆ ਤੇ ਜਿਹੜਾ ਇਨਸਾਫ ਕਰ ਸਕਦਾ, ਤੇ ਇਹੋ ਜਿਹੀ ਜੱਜਮੈਂਟ ਆਈ 92 ਪੇਜ ਦੀ ਉਹਦੇ ਖਿਲਾਫ ਵੀ ਉਹਨੂੰ ਅਸਤੀਫਾ ਦੇ ਕੇ ਭੱਜਣਾ ਪਿਆ ਕਿ ਮੈਂ ਅੰਦਰ ਨਾ ਹੋ ਜਾਵਾਂ, ਮੈਨੂੰ ਡਿਸਮਿਸਲ ਨਾ ਹੋ ਜਾਵੇ ਕਿਤੇ ਇਨਕੁਆਇਰੀ ਇੱਥੇ ਸ਼ੁਰੂ ਹੋ ਗਈ ਤਾਂ। ਤੇ ਹੁਣ ਜਦੋਂ DGP ਚੱਟੋਪਾਧਿਆਏ ਵਾਲੇ ਕੇਸ ਦੇ ਵਿੱਚ ਫਾਈਨਲ ਫੈਸਲਾ ਆਏਗਾ ਤੇ ਤੁਸੀਂ ਦੇਖੋ ਕੀ ਬਣਦਾ। ਇਸ ਕਰਕੇ ਇਹ ਗੰਦੀ ਰਾਜਨੀਤੀ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ ਹੈ, ਇਸੇ ਕਰਕੇ ਪੰਜਾਬ ਦਾ ਐਡਾ ਵੱਡਾ ਨੁਕਸਾਨ ਹੋਇਆ
ਕਿ 5 ਸਾਲ ਤੁਸੀਂ ਗਲਤ ਗੱਲਾਂ ਅਨਾਉਂਸ ਕਰਕੇ ਆ ਜਾਂਦੇ ਹੋ ਤੇ ਬਾਅਦ 'ਚ ਆ ਕੇ ਉਹ ਚੀਜ਼ਾਂ ਜਸਟੀਫਾਈ ਨਹੀਂ ਹੁੰਦੀਆਂ, ਲੀਗਲੀ ਜਸਟੀਫਾਈ ਨਹੀਂ ਹੁੰਦੀਆਂ, ਫਿਰ ਤੁਸੀਂ ਆ ਕੇ ਇਦਾਂ ਦੇ ਡਰਾਮੇ ਕਰਨ ਦੀ ਕੋਸ਼ਿਸ਼ ਕਰਦੇ ਹੋ। ਇਹ ਚੀਜ਼ਾਂ ਅਦਾਲਤਾਂ ਨੇ ਇੱਕ ਨਾ ਇੱਕ ਦਿਨ ਜੱਜਮੈਂਟ ਹੋਣੀ ਹੁੰਦੀ ਹੈ, 4 ਦਿਨ ਤੁਸੀਂ ਗੁੰਮਰਾਹ ਕਰ ਸਕਦੇ ਹੋ। ਹੁਣ ਕੁੰਵਰ ਵਿਜੇ ਪ੍ਰਤਾਪ ਦੀ ਉਦਾਹਰਨ ਹੈ, ਉਸ ਦਿਨ ਦਾ ਨਹੀਂ ਬੋਲਿਆ। ਦੇਖੋ ਨਾ ਕਿੰਨੀ ਉਹਨੇ ਹਨੇਰ ਚੱਕਿਆ ਸੀਗਾ, ਰੋਜ਼ ਟੀਵੀ ਤੇ ਦੂਜੇ ਕਰਕੇ ਆਹ ਕਰਤਾ ਉਹ ਕਰਤਾ, ਨਿਕਲਿਆ ਕੀ? ਇਹੋ ਜਿਹੀਆਂ ਫਟਕਾਰਾਂ ਅਦਾਲਤ ਨੇ ਪਾਈਆਂ ਕਿ ਅਸਤੀਫਾ ਦੇ ਕੇ ਭੱਜਣਾ ਪੈ ਗਿਆ। 92 ਸਭਿਆਂ ਦੀ ਜੱਜਮੈਂਟ ਹੈ, ਰਿਕਾਰਡ ਹੈ ਆਪਣੇ ਆਪ ਦੇ ਵਿੱਚ। ਕਿੰਨੇ ਲੋਕਾਂ ਨੂੰ ਉਹਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਇਹਦਾ ਥੋੜਾ ਜਿਹਾ ਹੈਗਾ ਤੁਹਾਨੂੰ ਜੀ ਵੀ ਬੇਸ਼ੱਕ ਤੁਸੀਂ ਨਹੀਂ ਕਰਵਾਈ, ਤੁਸੀਂ ਇਹ ਵੀ ਕਹਿੰਦੇ ਹੋ ਵੀ ਅਸੀਂ ਜਿਨ੍ਹਾਂ ਕਰਵਾਈ ਹੈ ਉਹਦਾ ਕੱਖ ਨਾ ਰਹੇ ਬੇਅਦਬੀ, ਪਰ ਤੁਹਾਡੀ ਸਰਕਾਰ ਦੇ ਵਿੱਚ ਬੇਅਦਬੀ ਹੋਈ, ਇਸ ਗੱਲ ਦਾ ਥੋੜਾ ਗਿਲਾ ਹੈ ਜੀ? ਨਹੀਂ ਦੇਖੋ, ਗੱਲ ਇਹ ਹੈ ਨਾ, ਹੁਣ ਨਹੀਂ ਹੋਈਆਂ। ਤਖਤ ਕੇਸਗੜ੍ਹ ਸਾਹਿਬ ਆਪਣੇ ਤੋਂ ਕਿੰਨੀ ਦੂਰ ਆ, ਤੁਸੀਂ ਸਾਰਿਆਂ ਨੇ ਕਵਰ ਕੀਤਾ, ਉੱਥੇ ਕਿੰਨੀ ਵੱਡੀ ਕੋਸ਼ਿਸ਼ ਹੋਈ। ਦਰਬਾਰ ਸਾਹਿਬ ਤੋਂ ਵੱਡੀ ਥਾਂ ਕੋਈ ਨਹੀਂ, ਉੱਥੇ ਪਹਿਲਾਂ ਗੁਟਕਾ ਸਾਹਿਬ ਦੀ ਬੇਅਦਬੀ ਹੋਈ। ਹੁਣ ਦੋਨਾਂ ਚੀਜ਼ਾਂ 'ਚ ਫਰਕ ਕੀ ਹੈ ਕਿ ਇੱਥੇ ਬੰਦੇ ਵੀ ਫੜ ਕੇ ਦਿੱਤੇ, ਕੇਸਗੜ੍ਹ ਸਾਹਿਬ ਵਾਲਾ ਬੰਦਾ ਵੀ ਫੜ ਕੇ ਦਿੱਤਾ, ਉੱਥੇ ਵਾਲਾ ਵੀ ਸਰੋਵਰ ਵਾਲਾ ਬੰਦਾ ਵੀ ਫੜ ਕੇ ਦਿੱਤਾ। ਕੀ ਨਿਕਲਿਆ ਜੀ? ਜਿਹੜਾ ਦਰਬਾਰ ਸਾਹਿਬ ਦੇ ਵਿੱਚ ਮਰ ਗਿਆ ਉਹਦੀ ਹਾਲੇ ਤੱਕ ਪਹਿਚਾਣ ਹੀ ਨਹੀਂ ਹੋ ਸਕੀ। ਕਿਸ ਮੂੰਹ ਨਾਲ ਹੁਣ ਗੱਲ ਕਰਦੇ? ਇੱਕ ਤਾਂ ਚੀਜ਼ ਹੈ ਕਿ ਕਿਸੇ ਨੇ ਸਾਜ਼ਿਸ਼ ਤਹਿਤ ਉੱਥੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ, ਬਾਅਦ ਦੇ ਵਿੱਚ ਬੇਅਦਬੀ ਕੀਤੀ, ਉਹਦੇ ਹਾਲੇ ਜਿਹੜੀ ਹੈ ਇਨਵੈਸਟੀਗੇਸ਼ਨ ਹੁੰਦੀ ਪਈ ਹੈ। ਇੱਕ ਹੈ ਕਿ ਤੁਸੀਂ ਬੰਦੇ ਵੀ ਫੜੇ ਗਏ, ਰੰਗੇ ਹੱਥੀਂ ਫੜੇ ਗਏ। ਆ ਫਤਿਹਗੜ੍ਹ ਸਾਹਿਬ 2 ਗੁਰਦੁਆਰਿਆਂ ਦੇ ਵਿੱਚ ਸਿਵ ਦੀ ਬੇਅਦਬੀ ਕਰਦਾ ਫੜਿਆ ਗਿਆ, ਕੀ ਕੱਢਿਆ ਤੁਸੀਂ ਉਹ 'ਚੋਂ? ਸੈਂਕੜਿਆਂ ਦੀ ਗਿਣਤੀ 'ਚ ਬੇਅਦਬੀਆਂ ਹੁਣ ਹੋ ਗਈਆਂ। ਇਸ ਕਰਕੇ ਪੱਖਪਾਤ ਨਹੀਂ ਹੋਣਾ ਚਾਹੀਦਾ ਵੀ ਕਿਹੜੀ ਸਰਕਾਰ। ਅਸੀਂ ਸ਼ੁਰੂ ਤੋਂ ਕਹਿੰਦੇ ਸਰਕਾਰਾਂ ਨਾਲ ਲਿੰਕ ਨਾ ਕਰੋ, ਇਹ ਪਾਪ ਹੈ, ਇਹ ਘਿਨਾਉਣਾ ਪਾਪ ਹੈ। ਇਹਦੇ 'ਤੇ ਇਕੱਠੇ ਹੋ ਕੇ ਤੇ ਇਹਦੇ ਖਿਲਾਫ ਲੜੋ ਵੀ ਸਾਜ਼ਿਸ਼ ਕੌਣ ਹੈ, ਪਿੱਛੇ ਕਰਦਾ ਕੌਣ ਹੈ। ਕੋਈ ਸਾਜ਼ਿਸ਼ ਤਾਂ ਹੈ ਨਾ। ਇਹ ਦਰਬਾਰ ਸਾਹਿਬ ਜਿਸ ਤਰੀਕੇ ਹੋਇਆ, ਉਹ ਲੱਗਦਾ ਸੀ ਬੰਦਾ ਟ੍ਰੇਨਡ ਆ। ਜਿਸ ਤਰੀਕੇ ਉਹ ਕ੍ਰਾਸ ਕੀਤਾ, ਕਿੰਨੇ ਸੈਕਿੰਡ 'ਚ ਸਾਰਾ ਕੁਝ ਕਰ ਗਿਆ। ਦਰਬਾਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵੀ ਮਤਲਬ ਕਿ ਉਸੇ ਤਰ੍ਹਾਂ ਦੇ ਰੋਸ ਮਾਰਚ ਹੋਏ ਆ ਜੀ, ਪਰ ਉੱਥੇ ਉਹ ਕਹਿੰਦੇ ਜੀ ਗੋਲੀ ਨਹੀਂ ਚੱਲੀ, ਵੀ ਗੋਲੀ ਤੁਹਾਡੇ ਰਾਜ ਦੇ ਵਿੱਚ ਚੱਲ ਗਈ, ਇਹਨੂੰ ਮੰਨਦੇ ਹੋ? ਕਿਉਂਕਿ ਇੱਥੇ ਅਸੀਂ ਜਿਹੜੇ ਆ ਆਪੋਜੀਸ਼ਨ ਵਾਲੇ ਉਹ ਸਹਿਯੋਗ ਕਰਨ ਵਾਲੇ ਆ। ਅਸੀਂ ਗੁਰੂ ਦੇ ਕੇਸ ਨੂੰ ਗੰਭੀਰਤਾ ਨਾਲ ਲੈਂਦੇ ਆ, ਅਸੀਂ ਉੱਥੇ ਰਾਜਨੀਤੀ ਨਹੀਂ ਕਰਦੇ। ਉਦੋਂ ਰਾਜਨੀਤੀ ਕਰਨ ਵਾਲੇ ਬੰਦੇ ਜਿਹੜੇ ਆ ਨਾ ਉਹ ਜ਼ਿਆਦਾ ਇਕੱਠੇ ਹੋ ਜਾਂਦੇ। ਅਕਾਲੀ ਦਲ ਇਹਨਾਂ ਕੇਸਾਂ ਦੇ ਵਿੱਚ ਆਪਣੀ ਜ਼ਿੰਮੇਵਾਰੀ ਫੇਰ ਸਮਝਦਾ। ਇਹ ਦੋਨਾਂ ਗੱਲਾਂ 'ਚ ਫਰਕ ਹੈ ਜਿਹੜੀਆਂ ਉਹ ਜਿਹੜਾ ਹੈਗਾ ਜਿਹੜੇ ਧਿਰਾਂ ਸੀਗੀਆਂ ਉਹ ਕੁਛ ਹੋਰ ਚਾਹੁੰਦੀਆਂ ਸੀ। ਇਹ ਲਾਸਟ ਸਵਾਲ ਹੈ ਜੀ ਮੇਰਾ, ਰੂਪਨਗਰ ਤੋਂ ਜੇ ਜਿੱਤ ਜਾਂਦੇ ਆ ਤਾਂ ਰੂਪਨਗਰ ਦੇ ਵਿੱਚ ਕਿਹੜੇ ਕੰਮ ਤੁਸੀਂ ਹੁਣ ਤੱਕ ਕਰ ਚੁੱਕੇ ਹੋ ਜੀ, ਤੇ ਕੀ ਸੁਪਨਾ ਹੈ ਵੀ ਆਪਾਂ ਨੇ ਇਹ ਕੰਮ ਕਰਨੇ ਆ, ਇਹ ਚੀਜ਼ਾਂ ਲੈ ਕੇ ਆਉਣੀ? ਦੇਖੋ, ਸਾਡੀ ਜਿਹੜੀ ਹੈਗੀ ਹੈ, ਪਹਿਲਾਂ ਤਾਂ ਕੰਢੀ ਏਰੀਆ ਦੀ ਸਭ ਤੋਂ ਵੱਡੀ ਲੋਕਾਂ ਦੀ ਸਮੱਸਿਆ ਹੈਗੀ ਹੈ ਸਾਡੇ ਸਿੰਚਾਈ ਦੀ। ਅਸੀਂ ਸਰਕਾਰੀ ਟਿਊਬਵੈੱਲ ਬਹੁਤ ਲਵਾਏ ਆ, ਸਾਲ 2 ਸਾਲ ਬਾਅਦ ਟਿਊਬਵੈੱਲ ਡਰਾਈ ਹੋ ਜਾਂਦਾ, ਪਾਣੀ ਥੱਲੇ ਚਲਾ ਜਾਂਦਾ। ਵੈਸੇ ਵੀ ਪਾਣੀ ਬਹੁਤ ਥੱਲੇ ਚਲਾ ਗਿਆ, ਟਿਊਬਵੈੱਲ ਜ਼ਿਆਦਾ ਲੱਗਣੇ ਨਹੀਂ ਚਾਹੀਦੇ। ਅਸੀਂ ਹੁਣ ਐਤਕੀ ਮੈਨੀਫੈਸਟੋ ਦੇ ਵਿੱਚ ਵੀ ਮੈਂ ਐਡ ਕਰਵਾਇਆ ਕਿ ਇੱਕ ਲਿਫਟ ਇਰੀਗੇਸ਼ਨ ਦੀ ਵੱਡੀ ਪਲਾਨ ਜਿਹੜੀ ਹੈ ਸਿੰਚਾਈ ਦੀ ਬਣੇ, ਜਿਹੜਾ ਕਿਸੇ ਦਰਿਆ ਜਾਂ ਨਹਿਰ ਤੋਂ ਪਾਣੀ ਚੁੱਕ ਕੇ ਤੇ ਸਾਰੇ ਕੰਢੀ ਦੇ ਇਲਾਕੇ ਦੇ ਵਿੱਚ ਜਿਹੜਾ ਉਹ ਦਿੱਤਾ ਜਾਵੇ। ਦੂਜੀ ਇੱਕ ਜਾਨਵਰਾਂ ਦੀ ਬਹੁਤ ਵੱਡੀ ਸਮੱਸਿਆ, ਉਹਦੀ ਅੱਗੇ ਕਿ ਜਾਲ ਦੀ ਸਬਸਿਡੀ ਦੀ ਸਕੀਮ ਬਣਾਈ ਸੀ, ਹੁਣ ਉਹਨੂੰ ਹੋਰ ਇੰਪਰੂਵ ਕਰਕੇ ਤੇ ਗਵਰਨਮੈਂਟ ਵੱਲੋਂ ਇੰਪਲੀਮੈਂਟ ਕਰਨ ਦੀ ਲੋੜ ਆ। ਇੱਕ ਉਹ ਸਾਡਾ ਵੱਡਾ ਇਸ਼ੂ ਆ। ਇੱਕ ਅਸੀਂ ਅੱਜ ਕੀ ਬੇਨਤੀ ਕੀਤੀ ਹੈ ਦੂਜਾ ਆਪਣੇ ਸਰਦਾਰ ਬਾਦਲ ਸਾਹਿਬ ਨੂੰ ਕਿ ਕੰਢੀ ਦਾ ਡਿਪਾਰਟਮੈਂਟ ਸੈਪਰੇਟ ਹੋਣਾ ਚਾਹੀਦਾ, ਮਿਨਿਸਟਰੀ ਸੈਪਰੇਟ ਹੋਣੀ ਚਾਹੀਦੀ। ਕੰਢੀ 4-5 ਜ਼ਿਲ੍ਹਿਆਂ ਦੇ ਵਿੱਚ ਕੰਢੀ ਏਰੀਆ, ਇਹਦੀਆਂ ਅਲੱਗ ਤਰ੍ਹਾਂ ਦੀਆਂ ਮੁਸ਼ਕਲਾਂ। ਇੱਥੇ ਸਿੰਚਾਈ ਦੀਆਂ, ਪੀਣ ਵਾਲੇ ਪਾਣੀ ਦੀਆਂ, ਇੱਥੇ ਈਵਨ ਸਕੂਲਾਂ ਦੀਆਂ ਵੀ ਦਿੱਕਤਾਂ ਨੇ, ਅਧਿਆਪਕ ਨਹੀਂ ਜਾ ਕੇ ਰਾਜੀ, ਸਿਹਤ ਕੇਂਦਰ ਦੀਆਂ ਦਿੱਕਤਾਂ ਨੇ, ਸਟਾਫ ਨਹੀਂ ਜਾ ਕੇ ਰਾਜੀ, ਕਈ ਤਰ੍ਹਾਂ ਦੇ ਚੋਅ ਨੇ, ਹੋਰ ਦਿੱਕਤਾਂ ਨੇ। ਇਹਦੀ ਇੱਕ ਮਿਨਿਸਟਰੀ ਵੱਖਰੀ ਹੋਵੇ ਜਿਹੜੀ 12 ਮਹੀਨੇ ਕੰਢੀ ਦੇ ਏਰੀਆ ਦੀਆਂ ਮੁਸ਼ਕਲਾਂ ਨੂੰ ਸਟੱਡੀ ਕਰੇ ਤੇ ਉਹਨੂੰ ਸਾਰਾ ਸਾਲ ਇੰਪਲੀਮੈਂਟ ਕਰੇ, ਇਹਦੀਆਂ ਸਕੀਮਾਂ ਅਲੱਗ ਬਣ। ਦੂਜੀ ਗੱਲ ਹੈ ਕਿ ਸ਼ਹਿਰ ਦੇ ਵਿੱਚ ਸਾਡੀ ਹੈਗੀ ਹੈ ਕਿ ਇੱਕ ਪੁਰਾਣਾ ਪੁਲ ਹੈ, ਉਹਨੂੰ ਦੁਬਾਰਾ ਚੱਲਣਾ। ਇੱਕ ਨੀਵੇਂ ਇਲਾਕਿਆਂ ਦੇ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਦਾ ਮੁੱਦਾ, ਆਰਟੀਪੀ ਸਕੂਲ ਬੰਦ ਕਰ ਦਿੱਤਾ, ਉਹਨੂੰ ਖੋਲ੍ਹਣ ਦਾ ਮੁੱਦਾ। ਇਸ ਤਰ੍ਹਾਂ ਦੇ ਹੋਰ ਸ਼ਹਿਰ ਦੇ ਮੁੱਦੇ ਹੈਗੇ ਜਿੱਥੇ ਕੋਈ ਸਟਰੀਟ ਲਾਈਟ, ਸੀਵਰੇਜ ਰਹਿ ਗਿਆ, ਕੁਝ ਅਨਅਪਰੂਵਡ ਕਲੋਨੀਆਂ ਨੇ, ਉੱਥੇ ਘਾਟ ਹੈ, ਉਹ ਕਰਾਂਗੇ। ਇੱਕ ਪਰਖਾਲੀ ਵਾਲਾ ਪੁਲ ਜਿਹੜਾ 6.5 ਕਰੋੜ ਦਾ ਮੈਂ ਮਨਜ਼ੂਰ ਕਰਾਇਆ ਸੀ, ਪੈਸੇ ਆ ਗਏ ਸੀ, ਇਸ ਸਰਕਾਰ ਨੇ ਉਹ ਪ੍ਰੋਜੈਕਟ ਸਕਟਲ ਕਰ ਦਿੱਤਾ, ਪੈਸੇ ਵਾਪਸ ਲੈ ਗਏ ਸੀ, ਉਹਨੂੰ ਦੁਬਾਰਾ ਫਿਰ ਅਸੀਂ ਕਰਨਾ। ਇੱਕ ਬਰਦਾਰ ਤੋਂ ਬੱਦੀ ਨੂੰ ਅਸੀਂ ਰੋਡ ਖੋਲ੍ਹਣ ਵਾਸਤੇ ਇੰਟਰ ਸਟੇਟ ਪ੍ਰੋਜੈਕਟ ਬਣਾਇਆ ਸੀ, ਮੈਂ ਗਡਕਰੀ ਸਾਹਿਬ ਤੱਕ ਲੈ ਗਿਆ ਸੀ, 7 ਕਰੋੜ ਦਾ ਪ੍ਰੋਜੈਕਟ ਸੀ। ਉਦੋਂ ਹਿਮਾਚਲ ਵਾਲੀ ਤਰਫੋਂ ਥੋੜ੍ਹਾ ਜਿਹਾ ਕੰਮ ਡਿਲੇ ਹੋ ਗਿਆ, ਉਹ ਨਹੀਂ ਹੋ ਸਕਿਆ। ਮੈਂ ਜਦੋਂ ਗਡਕਰੀ ਸਾਹਿਬ ਇੱਥੇ ਆਏ ਸੀ ਰੋਪੜ, ਉਦੋਂ ਪ੍ਰਧਾਨ ਸਾਹਿਬ ਤੋਂ ਕਹਾ ਕੇ ਉਹਨਾਂ ਤੋਂ ਯੈਸ ਕਰਾ ਲਈ ਸੀ, ਪਰ ਉਹ ਹਿਮਾਚਲ ਵਾਲੀ ਸਾਈਡ ਤੋਂ ਬਣ ਕੇ ਨਹੀਂ ਆਇਆ ਸੀ। ਉਹਦੇ ਨਾਲ ਬੱਦੀ ਨੂੰ ਰਸਤਾ ਜਿਹੜਾ ਬਰਦਾਰ ਤੋਂ ਖੁੱਲ੍ਹ ਜਾਏਗਾ,
ਸਾਡੇ ਬੱਚਿਆਂ ਨੂੰ ਰੁਜ਼ਗਾਰ, ਉੱਥੋਂ ਬੱਸਾਂ ਆ ਕੇ ਵੀ ਪਿੰਡਾਂ ਦੇ ਵਿੱਚੋਂ ਬੀਬੀਆਂ ਨੂੰ ਲੈ ਕੇ ਜਾ ਸਕਦੀਆਂ, ਉਹਦੇ ਨਾਲ ਸਾਡੇ ਕਾਫੀ ਸਹੂਲਤਾਂ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਅੱਗੋਂ ਅਸੀਂ ਕਰਨੀ ਚਾਹੁੰਦੇ ਹਾਂ। ਬਹੁਤ ਸ਼ੁਕਰੀਆ ਚੀਮਾ ਸਾਹਿਬ। ਸੋ ਇਹ ਸੀ ਡਾਕਟਰ ਦਲਜੀਤ ਸਿੰਘ ਚੀਮਾ, ਉਮੀਦਵਾਰ ਸ਼੍ਰੋਮਣੀ ਅਕਾਲੀ ਦਲ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਕੰਢੀ ਦੀ ਜਿਹੜੀ ਪ੍ਰੋਬਲਮ ਹੈਗੀ ਹੈ, ਕੰਢੀ ਏਰੀਆ ਪੈਂਦਾ ਰੂਪਨਗਰ ਹਲਕੇ ਦੇ ਵਿੱਚ, ਤਾਂ ਉਸ ਸਮੱਸਿਆ ਦੇ ਹੱਲ ਦੇ ਲਈ ਜ਼ਰੂਰ ਕੋਸ਼ਿਸ਼ਾਂ ਕਰਨਗੇ ਜੇਕਰ ਇੱਥੋਂ ਵਿਧਾਇਕ ਬਣਦੇ ਨੇ। ਪਰ ਇਹ ਸਮਾਂ ਦੱਸੇਗਾ ਵੀ ਉਹ ਇੱਥੋਂ ਵਿਧਾਇਕ ਬਣਦੇ ਨੇ ਜਾਂ ਫਿਰ ਨਹੀਂ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਰੂਪਨਗਰ।